ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ ਕਰੋ 888 888 9914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 272 5200 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕੀ ਕੁਝ ਅਮਰੀਕਾ 'ਚ ਵਾਪਰਿਆ, ਕੀ ਕੁਝ ਦੁਨੀਆ 'ਚ ਵਾਪਰਿਆ, ਉਹ ਤੁਹਾਡੇ ਨਾਲ ਆਪਾਂ ਸਾਰਾ ਕੁਝ ਡਿਸਕਸ ਕਰਦੇ ਹੁੰਦੇ ਹਾਂ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਦੀ ਜਿਹੜੀ ਮੇਨ ਖਬਰ ਹੈਗੀ ਆ, ਨਿਊਯਾਰਕ ਦੇ ਵਿੱਚ ਜਿਹੜੀ ਡੈਮੋਕ੍ਰੈਟਿਕ ਪਾਰਟੀ ਆ ਉਹਨੂੰ ਬੜਾ ਵੱਡਾ ਝਟਕਾ ਲੱਗਿਆ, ਕਿਉਂਕਿ ਜਿਹੜੇ ਪ੍ਰੋਗਰੈਸਿਵ ਕੈਂਡੀਡੇਟ ਆ ਉਹ ਜਿਨ੍ਹਾਂ ਨੂੰ ਉੱਥੇ ਦੇ ਮੇਅਰ ਮਮਦਾਨੀ ਸਪੋਰਟ ਕਰਦੇ ਸੀ, ਉਹ ਸਾਰੇ ਦੇ ਸਾਰੇ ਜਿੱਤ ਗਏ ਹੈਗੇ ਆ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਜਿੱਤ ਆ ਗਿਣੀ ਜਾ ਰਹੀ ਆ, ਕਿਉਂਕਿ ਰਿਪਬਲਿਕਨ ਤਾਂ ਉੱਥੋਂ ਆਊਟ ਹੋਏ ਹੈਗੇ ਆ, ਪਰ ਜਿਹੜੇ ਡੈਮੋਕ੍ਰੇਟਸ ਆ ਉਹ ਵੀ ਆਊਟ ਹੋਏ ਹੈਗੇ ਆ। ਸੋ ਮਮਦਾਨੀ ਆਪਣੇ ਆਪ ਨੂੰ ਸੋਸ਼ਲਾਈਟ ਜਿਹੜਾ ਸਮਝਦਾ ਹੈਗਾ ਆ। ਸੋ ਉੱਥੇ ਸਿਟੀ ਕੌਂਸਲ ਦੀਆਂ ਇਲੈਕਸ਼ਨ ਸੀਗੀਆਂ, ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਡੈਮੋਕ੍ਰੇਟਸ ਦੇ ਲਈ ਬਹੁਤ ਵੱਡੀ ਜਿਹੜੀ ਹਾਰ ਹੈਗੀ ਆ। ਤੇ ਹੁਣ ਡੈਮੋਕ੍ਰੇਟ ਸੋਚ ਰਹੇ ਆ ਵੀ ਕੀ ਕੀਤਾ ਜਾਵੇ। ਸੋ ਮਮਦਾਨੀ ਨੂੰ ਜੋ ਬਰਨੀ ਸੈਂਡਰਸ ਆ ਉਹ ਸਪੋਰਟ ਕਰ ਰਹੇ ਆ, ਅਲੈਗਜ਼ੈਂਡਰੀਆ ਕਾਰਟੇਜ਼ ਜੋ ਉਹ ਸਪੋਰਟ ਕਰ ਰਹੀ ਆ। ਸੋ ਉਹਦੀ ਟੀਮ ਦੇ ਸਾਰੇ ਜਿਹੜੇ ਕੈਂਡੀਡੇਟ ਆ ਉਹ ਜਿੱਤ ਗਏ ਆ। ਕਲੀਨ ਸਵੀਪ ਹੋਇਆ ਹੈਗਾ ਮਮਦਾਨੀ ਦੇ ਕੈਂਡੀਡੇਟਸ ਦਾ। ਇਹ ਜਿਹੜੀ ਨਿਊਯਾਰਕ ਦੇ ਵਿੱਚ ਡੈਮੋਕ੍ਰੈਟਿਕ ਪ੍ਰਾਇਮਰੀ ਹੋਈ ਹੈਗੀ ਆ। ਸੋ ਹੁਣ ਨਵੰਬਰ ਦੇ ਵਿੱਚ ਤਾਂ ਇਲੈਕਸ਼ਨ ਹੋਣੀ ਆ, ਉਹ ਪਤਾ ਚੱਲੂਗਾ। ਪਰ ਜਿਹੜੇ ਡੈਮੋਕ੍ਰੇਟ ਸੀ ਉਹਨਾਂ ਨੂੰ ਹਰਾ ਕੇ ਜਿਹੜੇ ਪ੍ਰੋਗਰੈਸਿਵ ਆ ਉਹ ਅੱਗੇ ਨਿਕਲ ਗਏ ਹੈਗੇ। ਜੀ, ਸੋ ਇੱਥੇ ਪਤਾ ਲੱਗ ਰਿਹਾ ਹਰਜੋਤ ਸਿੰਘ ਜੀ ਵੀ ਅਮਰੀਕਾ ਦੇ ਵਿੱਚ ਲੋਕਾਂ ਦਾ ਜਿਹੜਾ ਝੁਕਾਅ ਆ ਬਹੁਤ ਜ਼ਿਆਦਾ ਬਦਲ ਰਿਹਾ ਹੈਗਾ ਆ। ਆਪਾਂ ਕੱਲ ਪਰਸੋਂ ਦੇਖਿਆ ਮਾਰਜਰੀ ਟੇਲਰ ਗ੍ਰੀਨ, ਟੱਕਰ ਕਾਰਲਸਨ, ਇਹਨਾਂ ਨੇ ਰਿਪਬਲਿਕਨ ਪਾਰਟੀ ਜਿਹੜੀ ਉਹ ਛੱਡ ਦਿੱਤੀ। ਇਹਨਾਂ ਨੂੰ ਵੀ ਇਸ ਤਰੀਕੇ ਦੇ ਨਾਲ ਸੋ ਅਸਟੈਬਲਿਸ਼ਮੈਂਟ ਦੇ ਉਲਟ ਜਿਹੜੇ ਲੋਕਾਂ ਦਾ ਝੁਕਾਅ ਆ ਉਹ ਬਹੁਤ ਜ਼ਿਆਦਾ ਦਿਖ ਰਿਹਾ ਆ। ਜਿਸ ਤਰੀਕੇ ਦੇ ਨਾਲ ਜਦੋਂ ਟਰੰਪ ਜਿੱਤੇ ਸੀ ਉਦੋਂ ਉਹਨਾਂ ਨੂੰ ਐਂਟੀ ਅਸਟੈਬਲਿਸ਼ਮੈਂਟ ਕੈਂਡੀਡੇਟ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਸੀਗਾ ਵੀ ਇਹ ਜੋ ਇਸ ਟਾਈਮ ਦੋ ਧਿਰਾਂ ਹੈਗੀਆਂ ਆ ਵੀ ਇਹਨਾਂ ਦੇ ਉਲਟ ਜਿਹੜਾ ਉਹ ਲੋਕ ਜਾਣਾ ਚਾਹੁੰਦੇ ਸੀ, ਤੰਗ ਆਏ ਪਏ ਸੀ ਇਹਨਾਂ ਦੀਆਂ ਜਿਹੜੀਆਂ ਆ ਗੱਲਾਂ ਤੋਂ, ਇਹਨਾਂ ਦੇ ਜਿਹੜੇ ਵਾਅਦਿਆਂ ਤੋਂ, ਇਹਨਾਂ ਦੇ ਜਿਹੜੇ ਉਹ ਜੁਮਲਿਆਂ ਤੋਂ। ਸੋ 3 ਜਾਣਿਆਂ ਨੂੰ ਮਮਦਾਨੀ ਨੇ, ਜਿਹੜਾ ਕਿ ਪ੍ਰੋਗਰੈਸਿਵ ਡੈਮੋਕ੍ਰੇਟ ਖੇਮੇ ਦਾ ਜਿਹੜਾ ਉਹ ਹੈਗਾ ਡੈਮੋਕ੍ਰੇਟ ਪਾਰਟੀ ਦੇ ਵਿੱਚੋਂ ਹੀ, ਪਰ ਉਹਦੇ ਵਿਚਾਲੇ ਜਿਹੜਾ ਇੱਕ ਖੇਮਾ ਹੈ, ਵੱਖ-ਵੱਖ ਖੇਮੇ ਆ ਉਹਨਾਂ ਦੇ ਵਿੱਚੋਂ ਇਹ ਇੱਕ ਆ ਜਿਸ ਨੂੰ ਨਿਊਯਾਰਕ ਦੇ ਮੇਅਰ ਨੇ ਐਂਡੋਰਸ ਕੀਤਾ ਸੀਗਾ, ਉਹ ਜਿੱਤੇ ਆ। ਕਈ ਜਿਹੜੇ ਹਰਜੋਤ ਸਿੰਘ ਜੀ ਉਹਨੇ ਇਨਕੰਬੈਂਟ ਵੀ ਜਿਹੜੇ ਉਹ ਹਰਾ ਦਿੱਤੇ ਆ, ਜਿਹੜੇ ਕਿ ਮੌਜੂਦਾ ਤੌਰ ਦੇ ਉੱਤੇ ਇਸ ਟਾਈਮ ਕਾਂਗਰਸਮੈਨ ਜਾਂ ਅਸੈਂਬਲੀ ਮੈਂਬਰ ਜਿਹੜੇ ਉਹ ਸੀਗੇ। ਬ੍ਰੈਡ ਲੈਂਡਰ ਸਾਬਕਾ ਨਿਊਯਾਰਕ ਸਿਟੀ ਕੰਟਰੋਲਰ ਆ, ਉਹ ਮੇਅਰ ਦੇ ਲਈ ਰਨ ਕੀਤਾ ਸੀ ਪਿਛਲੇ ਸਾਲ ਜਿਹੜੀ ਐਂਡੋਰਸਮੈਂਟ ਕਰਨ ਤੋਂ ਪਹਿਲਾਂ, ਤੇ ਉਹ ਆਪਣੀ ਰੇਸ ਪਿਛਲੇ ਵਾਰੀ ਜਿਹੜੀ ਉਹ ਜਿੱਤ ਗਿਆ ਸੀਗਾ ਤੇ ਉਹਨੇ ਡਿਫੀਟ ਕਰਤਾ ਡੈਮੋਕ੍ਰੇਟਿਵ ਰਿਪਰੈਜ਼ੈਂਟੇਟਿਵ ਡੈਨ ਗੋਲਡਮੈਨ ਨੂੰ। ਇੱਕ ਹੋਰ ਮਮਦਾਨੀ ਦਾ ਜਿਹੜਾ ਸਾਥੀ ਕਲੇਅਰ ਵਾਲਡੇਜ਼, ਇਹ ਸਟੇਟ ਲਾਅ ਮੇਕਰ ਤੇ ਸਾਬਕਾ ਯੂਨੀਅਨ ਆਰਗੇਨਾਈਜ਼ਰ ਆ। ਇਸਨੇ ਐਂਟੋਨੀਓ ਰੇਨੋਸੋ ਇਸ ਨੂੰ ਜਿਹੜਾ ਡੈਮੋਕ੍ਰੇਟਿਕ ਰਿਪਰੈਜ਼ੈਂਟੇਟਿਵ ਜਿਹੜੀ ਰਿਟਾਇਰ ਹੋ ਰਹੀ ਆ ਨਾਦੀਆ, ਉਸ ਦਾ ਸਕਸੈਸਰ ਮੰਨਿਆ ਜਾ ਰਿਹਾ ਸੀ 7ਵੀਂ ਡਿਸਟ੍ਰਿਕਟ ਤੋਂ। ਉੱਥੇ ਇਸ ਨੂੰ ਜਿਹੜਾ ਉਹ ਹਰਾ ਦਿੱਤਾ। ਬਰੁਕਲਿਨ ਤੇ ਕੁਈਨਜ਼ ਦਾ ਇਲਾਕਾ ਜਿਹੜਾ ਉਹ ਆਉਂਦਾ ਹੈਗਾ ਆ। ਪਬਲਿਕ ਡਿਫੈਂਸ ਇਨਵੈਸਟੀਗੇਟਰ ਸੀਗੀ ਅਲਵੀਆ ਸ਼ੈਵਲੀਅਰ, ਉਸਨੇ ਰਿਪਰੈਜ਼ੈਂਟੇਟਿਵ ਐਡਰੀਨੋ ਅਸਪੀਆਲਟ ਨੂੰ ਜਿਹੜਾ ਉਹ ਹਰਾ ਦਿੱਤਾ। 5 ਟਰਮ ਦਾ ਇਨਕੰਬੈਂਟ ਸੀਗਾ। ਕਾਂਗਰੈਸ਼ਨਲ ਹਿਸਪੈਨਿਕ ਕਾਗਸ ਨੂੰ ਉਹ ਚੇਅਰ ਜਿਹੜਾ ਉਹ ਕਰਦਾ ਸੀ। 13ਵੀਂ ਜਿਹੜੀ ਕਾਂਗਰੈਸ਼ਨਲ ਡਿਸਟ੍ਰਿਕਟ ਆ, ਜਿਸ ਦੇ ਵਿੱਚ ਅਪਰ ਮੈਨਹੈਟਨ ਤੇ ਬ੍ਰੌਂਕਸ ਦਾ ਇਲਾਕਾ ਆਉਂਦਾ ਆ, ਉਸ ਨੂੰ ਜਿਹੜਾ ਉਹ ਹਰਾ ਦਿੱਤਾ ਆ। ਥੋੜੇ ਦਿਨ ਪਹਿਲਾਂ ਹਰਜੋਤ ਸਿੰਘ ਜੀ ਮਮਦਾਨੀ ਨੇ ਜਿਹੜੇ ਨਿਊਯਾਰਕ ਨਿਕਸ ਨੇ ਜਦੋਂ ਜਿੱਤਿਆ ਸੀਗਾ ਟਾਈਟਲ NBA ਦੇ ਫਾਈਨਲਸ ਦਾ, ਉਦੋਂ ਜਿਹੜੀ ਉਸਨੇ ਭਾਸ਼ਣ ਦਿੱਤਾ ਸੀਗਾ, ਲੋਕ ਅਜੇ ਤੱਕ ਉਸ ਭਾਸ਼ਣ ਦੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਹੈਗੇ ਆ ਵੀ ਬੜੇ ਕ੍ਰਿਜ਼ਮੈਟਿਕ ਤਰੀਕੇ ਦੇ ਨਾਲ ਉਹ ਭਾਸ਼ਣ ਜਿਹੜਾ ਉਹ ਦਿੰਦਾ ਆ। ਇੱਕ ਜਿਹੜੀ ਚੀਜ਼ ਇਹ ਹੈਗੀ ਆ, ਉੱਦਾਂ ਤਾਂ ਪ੍ਰੋਗਰੈਸਿਵ ਵਾਲਾ ਲਾਣਾ ਦੇਖ ਰਿਹਾ ਸੀਗਾ ਵੀ ਸ਼ਾਇਦ ਮਮਦਾਨੀ ਕਿਸੇ ਟਾਈਮ ਇਹਨਾਂ ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋ ਸਕਦਾ, ਪਰ ਜਸਟ ਬਿਕੋਜ਼ ਕਿਉਂਕਿ ਉਹ ਇੱਥੇ ਅਮਰੀਕਾ 'ਚ ਉਸਦਾ ਜਨਮ ਨਹੀਂ ਹੋਇਆ, ਇਸ ਲਈ ਉਹ ਕਦੇ ਵੀ ਅਮਰੀਕਾ ਦਾ ਪ੍ਰੈਜ਼ੀਡੈਂਟ ਤਾਂ ਨਹੀਂ ਜਿਹੜਾ ਉਹ ਬਣ ਸਕਦਾ ਹੈਗਾ। ਪਰ ਹਾਂ, ਹੇਠਲੇ ਲੈਵਲ ਦੇ ਉੱਤੇ ਰਹਿ ਕੇ ਕਾਫੀ ਜਿਹੜੀਆਂ ਚੇਂਜਿਸ ਆ ਉਹ ਲਿਆਉਣ ਦਾ ਜਿਹੜਾ ਉਸ ਦੇ ਵਿੱਚ ਹੁਣ ਖਾਸਾ ਮਾਦਾ
ਬਣ ਚੁੱਕਾ ਹੈ। ਸੋ ਡੈਮੋਕ੍ਰੇਟਿਕ ਜਿਹੜੀ ਐਸਟੈਬਲਿਸ਼ਮੈਂਟ ਆ, ਡੈਮੋਕ੍ਰੇਟ ਪਾਰਟੀ ਦੇ ਵੀ ਕਈ ਇੱਕ ਜੋ ਰੀਡ ਕਰਕੇ ਬੰਦਾ ਹੈ ਉਹ ਕਾਫੀ ਇਹਨਾਂ ਦਾ ਸਮਰਥਕ ਸੀਗਾ, ਅੰਨਾ ਕਹਿ ਲਓ ਵੀ ਸਮਰਥਕ ਸੀਗਾ, ਜਿੱਦਾਂ ਕਾਲਸਨ ਤੇ MTG ਸੀ। ਉਹਨੇ ਵੀ ਆਪਣੀ ਜਿਹੜੀ ਪਾਰਟੀ ਆ ਉਸ ਨੂੰ ਜਿਹੜਾ ਉਹ ਛੱਡਿਆ ਹੈਗਾ ਹੈ। ਸੋ ਅਮਰੀਕਾ ਦੇ ਵਿੱਚ ਇੱਕ ਵੱਖਰੀ ਲਹਿਰ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ, ਅੰਡਰ ਕਰੰਟ ਇਸ ਨੂੰ ਕਹਿ ਸਕਦੇ ਆ, ਜਾਂ ਲੋਕ ਅੱਕ ਚੁੱਕੇ ਨੇ ਅਸਟੈਬਲਿਸ਼ਡ ਜਿਹੜੇ ਲਾਅ ਮੇਕਰਸ ਤੋਂ, ਅਸਟੈਬਲਿਸ਼ਡ ਪਾਰਟੀਆਂ ਤੋਂ, ਉਹਨਾਂ ਦੇ ਏਜੰਡੇ ਤੋਂ, ਤੇ ਉਹ ਇੱਕ ਨਵੀਂ ਜਿਹੜੀ ਆ ਉਹ ਰਾਹ ਜਿਹੜਾ ਉਹ ਲੱਭ ਰਹੇ ਆ। ਉੱਦਾਂ ਦਾ ਕੁਝ ਸਮਾਂ ਪਹਿਲਾਂ ਈਲਨ ਮਸਕ ਨੇ ਵੀ ਇੱਕ ਨਵੀਂ ਪਾਰਟੀ ਬਣਾਉਣ ਦੀ ਗੱਲ ਜਿਹੜੀ ਉਹ ਆਖੀ ਸੀ। ਜਿੰਨੇ ਰਿਪਬਲਿਕਨਸ ਹਰਜੋਤ ਸਿੰਘ ਜੀ ਛੱਡ ਰਹੇ, ਉਹ ਅਮਰੀਕਾ ਫਸਟ ਦੇ ਨਾਂ ਦੇ ਹੇਠਾਂ ਜਿਹੜੇ ਉਹ ਆ ਰਹੇ ਹੈਗੇ ਆ। ਥੋਮਸ ਮੈਸੀ ਵੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਉਹ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਚੱਲ ਰਹੀਆਂ ਆ। ਪਰ ਹਾਂ, ਇੱਕ ਕਾਫੀ ਵੱਡਾ ਜਿਹੜਾ ਬਦਲਾਵ ਅਮਰੀਕਾ ਦੇ ਪੋਲੀਟੀਕਲ ਲੈਂਡਸਕੇਪ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਬਦਲਦਾ ਹੋਇਆ ਨਜ਼ਰ ਆ ਰਿਹਾ ਹੈਗਾ। ਜੀ ਬਿਲਕੁਲ। ਈਰਾਨ ਦੇ ਤੇਲ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਹਟਾ ਦਿੱਤੀਆਂ ਗਈਆਂ ਹੈਗੀਆਂ। ਕਹਿੰਦੇ ਵੀ ਇਹ ਵਨ ਆਫ ਦਾ ਬਿਗੇਸਟ ਕੰਸੈਸ਼ਨ ਹੈਗਾ ਅਮਰੀਕਾ ਦੇ ਦੁਆਰਾ। ਦ ਇਕੋਨੋਮਿਸਟ ਨੇ ਅੱਜ ਇਹ ਆਰਟੀਕਲ ਛਾਪਿਆ। ਕਹਿੰਦੇ ਵੀ ਇਹ ਸਭ ਤੋਂ ਵੱਡਾ ਜੇ ਫਾਇਦਾ ਮਿਲਿਆ ਈਰਾਨ ਨੂੰ ਇਸ ਐਗਰੀਮੈਂਟ ਦੇ ਵਿੱਚ, ਉਹ ਇਹ ਆ ਵੀ ਉਹਨਾਂ ਦੇ ਉੱਤੇ ਤੇਲ ਵੇਚਣ ਦੀਆਂ ਰਿਸਟ੍ਰਿਕਸ਼ਨਸ ਨੂੰ ਹਟਾ ਦਿੱਤਾ ਗਿਆ ਆ। ਈਰਾਨ ਦੀ ਫੁੱਟਬਾਲ ਟੀਮ ਪਹੁੰਚੀ ਹੋਈ ਹੈ ਵਰਲਡ ਕੱਪ ਦੇ ਵਿੱਚ, ਤੇ 21 ਜੂਨ ਨੂੰ ਉਹਨਾਂ ਦਾ ਬੈਲਜੀਅਮ ਦੇ ਨਾਲ ਮੈਚ ਹੋਇਆ ਸੀ, 9th ਇਨ ਦਾ ਵਰਲਡ। ਤੇ ਉਹਨਾਂ ਨੇ ਜੋ ਆਪਣਾ ਸ਼ੋਅ ਕਰਨਾ ਸੀ ਵੀ ਸਾਡੇ ਨਾਲ ਧੱਕਾ ਹੋਇਆ, ਸਾਡੀਆਂ ਬੱਚੀਆਂ ਨੂੰ ਮਾਰਿਆ ਗਿਆ, ਉਹ ਉਹਨਾਂ ਦੀ ਟੀਮ ਨੇ ਬੱਚੀਆਂ ਦੇ ਬੈਗ ਵੀ ਚੱਕੇ ਹੋ ਸੀ, ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਬੈਨਰ ਸੀਗੇ। ਪਰ ਓਵਰਆਲ ਬਹੁਤ ਸਾਰਾ, ਜਿੱਦਾਂ ਜਿਸ ਹਿਸਾਬ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਵੀ ਅਸੀਂ ਤਾਂ ਜੀ ਰਜੀਮ ਚੇਂਜ ਕਰਨਾ, ਉਹਨਾਂ ਨੇ ਹਜ਼ਾਰਾਂ ਲੋਕ ਜਿਹੜੇ ਆ ਮਾਰ ਦਿੱਤੇ ਹੈਗੇ ਆ, ਜਿਹੜੇ ਐਗਰੀ ਨਹੀਂ ਕਰਦੇ ਜਾਂ ਜਿਹੜੇ ਓਪੋਜੀਸ਼ਨ ਦੇ ਵਿੱਚ ਸੀ ਜਾਂ ਜਿਹੜੇ ਪ੍ਰੋਟੈਸਟ ਕਰ ਰਹੇ ਸੀ। ਉਹ ਸਾਰਾ ਕੁਝ ਛੱਡ ਕੇ ਫਿਰ ਕਹਿੰਦੇ ਜੀ ਵੀ ਅਸੀਂ ਜਿਹੜਾ ਆ ਸਟੇਟ ਆਫ ਹਾਰਮੁਜ਼ ਨੂੰ ਖੋਲ੍ਹਣਾ ਆ, ਜਿਹੜੀ ਕਿ ਪਹਿਲਾਂ ਖੁੱਲੀ ਸੀ। ਫਿਰ ਕਹਿੰਦੇ ਜੀ ਵੀ ਅਸੀਂ ਹੁਣ ਜਿਹੜਾ ਆ ਨਿਊਕਲੀਅਰ ਜਿਹੜਾ ਉਹਨਾਂ ਦੇ ਕੋਲ ਹੈਗਾ ਆ, ਜੋ ਵੀ ਇਕਵਿਪਮੈਂਟ ਜਾਂ ਮਟੀਰੀਅਲ, ਉਹ ਸਾਰਾ ਜਿਹੜਾ ਆ ਉਹ ਉੱਥੋਂ ਜਾਂ ਅਮਰੀਕਾ ਨੂੰ ਦਿੱਤਾ ਜਾਵੇ ਜਾਂ ਹੋਰ ਕਿਤੇ ਵੀ ਉੱਥੋਂ ਨਿਕਲਣਾ ਚਾਹੀਦਾ, ਉਹ ਵੀ ਉੱਥੇ ਹੀ ਆ। ਸੋ ਸਾਰੀ ਕਾਸੇ ਨੂੰ ਲੈ ਕੇ ਓਵਰਆਲ ਜੇ ਦੇਖਿਆ ਜਾਵੇ, ਈਰਾਨ ਵਾਲਿਆਂ ਨੂੰ ਕਹਿੰਦੇ ਵੀ ਇਸ ਆਰਟੀਕਲ ਦੇ ਮੁਤਾਬਕ ਕਾਫੀ ਜ਼ਿਆਦਾ ਫਾਇਦਾ ਹੋਇਆ ਕਿ ਉਹਨਾਂ ਦੇ ਜਿਹੜੀਆਂ ਤੇਲ ਵੇਚਣ ਦੀਆਂ ਰਿਸਟ੍ਰਿਕਸ਼ਨ ਲੱਗੀਆਂ ਸੀਆਂ ਉਹ ਉਠਾ ਲਈਆਂ ਗਈਆਂ। ਜੀ। ਸੋ ਕਾਫੀ ਵੱਡਾ ਜਿਹੜਾ ਇਹ ਚੇਂਜ ਆ। ਕੱਲ ਵੀ ਆਪਾਂ ਗੱਲ ਕਰ ਰਹੇ ਸੀਗੇ ਵੀ ਪਾਕਿਸਤਾਨ ਵਾਲਿਆਂ ਨੇ ਵੀ ਉਹ ਤੇਲ ਜਿਹੜਾ ਉੱਧਰੋਂ ਲੈਣਾ, ਜਿਹੜਾ ਈਰਾਨ ਤੇ ਪਾਕਿਸਤਾਨ ਦੇ ਦਰਮਿਆਨ ਪਾਈਪਲਾਈਨ ਪਈ ਹੋਈ ਆ, ਹੋ ਸਕਦਾ ਵੀ ਉਸ ਦੇ ਵਿੱਚ ਤੇਲ ਵਹਿਣਾ ਜਿਹੜਾ ਉਹ ਸ਼ੁਰੂ ਹੋ ਜਾਵੇ, ਤੇ ਰਿਸਟ੍ਰਿਕਸ਼ਨਸ ਹਟਣ ਦੇ ਨਾਲ, ਸੈਂਕਸ਼ਨਸ ਹਟਣ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਉਹ ਹੋ ਸਕਦੀਆਂ। ਜੀਓਪੋਲੀਟਿਕਲੀ ਇਸ ਦੇ ਕੀ ਅਸਰ ਹੋਣਗੇ, ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਈਰਾਨ ਨੂੰ ਇੰਨੀ ਜਿਹੜੀ ਖੁੱਲ੍ਹ ਦੇ ਕੇ ਜਾਂ ਸੈਂਕਸ਼ਨਸ ਹਟਾ ਕੇ ਕੀ ਅਮਰੀਕਾ ਚਾਈਨਾ ਦੇ ਨਾਲੋਂ ਦੂਰ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈਗਾ ਆ? ਇਹ ਵੀ ਜਿਹੜੀ ਨਾਲ ਦੇ ਨਾਲ ਸਮਝਣ ਵਾਲੀ ਜਿਹੜੀ ਇਹ ਗੱਲ ਹੋ ਸਕਦੀ ਹੈ, ਕਿਉਂਕਿ ਚਾਈਨਾ ਦੀ એનર્ਜੀ ਦੀਆਂ ਨੀਡਸ ਦਾ ਬਹੁਤਾ ਜਿਹੜਾ ਤੇਲ ਆ ਉਹ ਈਰਾਨ ਤੋਂ ਆਉਂਦਾ ਸੀਗਾ। ਈਰਾਨ ਵਾਲੇ ਤੇਲ ਤਾਂ ਵੇਚਦੇ ਸੀਗੇ, ਸ਼ੈਡੋ ਜਿਹੜੇ ਫਲੀਟਸ ਆ ਵੀ ਤੇਲ ਇੱਧਰੋਂ ਉੱਧਰ ਕਰਤਾ, ਸਮੁੰਦਰ ਦੇ ਵਿੱਚ ਤੇਲ ਚੇਂਜ ਕਰ ਲਿਆ, ਦੂਜੇ ਪਾਸੇ ਪਾ ਕੇ ਉੱਧਰੋਂ ਫਿਰ ਉੱਧਰ ਨੂੰ ਜਿਹੜਾ ਉਹ ਘੱਲ ਦਿੱਤਾ। ਅੱਗੇ ਇਹ ਕੰਮ ਚੱਲਦਾ ਸੀਗਾ ਸੈਂਕਸ਼ਨਸ ਤੋਂ ਜਿਹੜਾ ਉਹ ਬਚਣ ਦੀ ਖਾਤਰ। ਹੁਣ ਜੇ ਸੈਂਕਸ਼ਨਸ ਹਟ ਜਾਂਦੀਆਂ, ਵੇਵਰਸ ਜਿਹੜੇ ਇਸ ਤਰੀਕੇ ਦੇ ਨਾਲ US ਵਾਲੇ ਦਿੰਦੇ ਜਾਂਦੇ ਆ, ਤਾਂ ਈਰਾਨ ਵਾਲੇ ਖੁੱਲ੍ਹੇ ਡੁੱਲੇ ਜਿਹੜੇ ਤੇਲ ਆ ਉਹ ਵੇਚ ਸਕਦੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਹਰਜੋਤ ਸਿੰਘ ਜੀ ਬਣ ਰਹੀ ਆ। ਸੋ ਕਾਫੀ ਵੱਡੀ ਜਿਹੜੀ ਕਹਿ ਸਕਦੇ ਆ ਹਰਜੋਤ ਸਿੰਘ ਜੀ ਚੇਂਜ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲੂਗੀ। ਰੀਸੈਂਟਲੀ ਆਪਾਂ ਦੇਖਿਆ ਹੀ ਆ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਵੈਂਸ ਹੋਣੀ, ਉੱਥੇ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਉਹ ਕਰਕੇ ਆਏ ਹੈਗੇ ਆ। ਸੋ ਹੁਣ ਅਗਲੀ ਗੱਲਬਾਤ ਕਦੋਂ ਹੋਊਗੀ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੇਗੀ। ਪਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਟਾਈਮ ਇਹ ਚੀਜ਼ ਹੈਗੀ ਆ। ਈਰਾਨ ਵਾਲੇ ਹੁਣ ਇਹ ਕਹਿ ਰਹੇ ਆ ਵੀ ਹੁਣ ਪੱਟ ਨੂੰ ਥਾਪੀਆਂ ਮਾਰਨ ਵਾਲੀ ਗੱਲ ਕਰਦੇ ਆ, ਜਲੇ ਤੇ ਲੂਣ ਪਾਉਣ ਵਾਲੀ ਗੱਲ ਕਰਦੇ। ਕਹਿੰਦੇ ਵੀ ਜਿਹੜੀ ਡੀਲ ਟੂ ਐਂਡ ਵਾਰ, ਇਹਦਾ ਮਤਲਬ ਇਹ ਆ ਵੀ US ਨੇ ਆਪਣੀ ਹਾਰ ਮੰਨ ਲਈ ਆ।
ਇਹ ਇਰਾਨ ਦੇ ਜਿਹੜੇ ਪਾਰਲੀਮੈਂਟਰੀ ਜਿਹੜੇ ਸਪੀਕਰ ਹੈਗੇ ਆ ਮੁਹੰਮਦ ਬਗਰ ਗਲਿਫਬਾਗ, ਉਹਨਾਂ ਨੇ ਕਿਹਾ ਵੀ ਡੀਲ ਟੂ ਐਂਡ ਵਾਰ ਵਿਦ ਯੂਐਸ ਵਾਸ ਨਾਟ ਰਿਜ਼ਲਟ ਆਫ ਪ੍ਰੈਸ਼ਰ ਔਰ ਕੋਅਰਜਨ, ਵੀ ਕਿਸੇ ਨੇ ਸਾਡੇ ਤੇ ਦਬਾਅ ਪਾ ਕੇ ਜਾਂ ਸਾਡੀ ਬਾਂਹ ਮਰੋੜ ਕੇ ਨਹੀਂ ਇਹ ਜਿਹੜੀ ਡੀਲ ਜਿਹੜੀ ਉਹ ਕਰਾਈ ਹੈਗੀ। ਇਨਫੈਕਟ ਇਹ ਇੱਕ ਹਿਸਾਬ ਦੇ ਨਾਲ ਯੂਐਸ ਦੀ ਹਾਰ ਦੀ ਜਿਹੜੀ ਉਹ ਡੈਕਲੇਰੇਸ਼ਨ ਹੈਗੀ ਆ। ਉਧਰ ਮਾਰਕੋ ਰੂਬੀਓ ਜਿਹੜੇ ਗਲਫ ਦੇ ਮੁਲਕਾਂ ਦੇ ਦੌਰੇ ਦੇ ਉੱਤੇ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਵੈਰੀ ਫਰੈਂਕ ਐਂਡ ਓਨੈਸਟ ਟਾਕਸ, ਵੀ ਸਿੱਧੀ ਖੁੱਲ ਕੇ ਜਿਹੜੀ ਉਹ ਗੱਲਬਾਤ ਹੋਈ ਆ, ਸੱਚਾਈ ਦੀ ਜਿਹੜੀ ਉਹ ਗੱਲਬਾਤ ਉੱਥੇ ਗਲਫ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਹੋਈ ਆ। ਕੀ ਗੱਲਾਂ ਹੋਈਆਂ ਉਹ ਡਿਟੇਲ ਉਹਨਾਂ ਨੇ ਬਿਲਕੁਲ ਜਿਹੜੀ ਉਹ ਨਹੀਂ ਦੱਸੀ, ਤੇ ਉਹਨਾਂ ਨੇ ਐਕਨੋਲਜ ਕੀਤਾ ਵੀ ਅਸੀਂ ਵੀ ਉਹਨਾਂ ਨੂੰ ਬਿਲਕੁਲ ਫਰੈਂਕਲੀ ਹੀ ਜਿਹੜਾ ਸਾਰੀਆਂ ਚੀਜ਼ਾਂ ਆ ਉਹ ਦੱਸ ਰਹੇ ਸੀ, ਜਿਹੜੇ ਸਾਡੇ ਲੰਮੇ ਸਮੇਂ ਤੋਂ ਐਲਾਈਜ਼ ਆ, ਦੋਸਤ ਮੁਲਕ ਜਿਹੜੇ ਉਹ ਬਣ ਕੇ ਚੱਲ ਰਹੇ ਹੈਗੇ ਆ। ਮਾਰਕੋ ਰੂਬੀਓ ਨੇ ਇੱਕ ਵਾਰੀ ਫੇਰ ਕਿਹਾ ਵੀ ਈਰਾਨ ਵਾਲੇ ਹਾਰਮੁਜ਼ ਜਿਹੜਾ ਸਟ੍ਰੇਟ ਆਫ ਹਾਰਮੁਜ਼ ਆ ਉਸ ਦੇ ਲਈ ਫੀਸ ਚਾਰਜ ਨਹੀਂ ਕਰ ਸਕਦੇ ਹੈਗੇ। ਕਹਿੰਦੇ ਵੀ ਜਿਹੜਾ ਹੋਲ ਵਰਲਡ, ਪੂਰੀ ਦੁਨੀਆ ਜਿਹੜੀ ਇਸ ਚੀਜ਼ ਦੇ ਉਲਟ ਜਿਹੜੀ ਉਹ ਹੈਗੀ ਆ ਵੀ ਇੰਟਰਨੈਸ਼ਨਲ ਵਾਟਰਵੇ ਦੀ ਵਰਤੋਂ ਦੇ ਲਈ ਜਿਹੜੀ ਮਨੀ ਆ ਉਹ ਚਾਰਜ ਕੀਤੀ ਜਿਹੜੀ ਉਹ ਜਾਵੇ। ਸੋ ਇਸ ਟਾਈਮ ਦਬਾਅ ਪਾ ਰਹੇ ਆ ਈਰਾਨ ਦੇ ਉੱਤੇ ਵੀ ਭਾਈ ਤੁਸੀਂ ਇਦਾਂ ਦੀ ਕੰਮ ਜਿਹੜਾ ਉਹ ਨਾ ਹੀ ਜਿਹੜਾ ਉਹ ਕਰਿਓ। ਉਹਨਾਂ ਨੇ ਰੂਬੀਓ ਨੇ ਕਿਹਾ ਵੀ ਇਟਸ ਸਿੰਪਲ, ਦ ਪ੍ਰੈਜ਼ੀਡੈਂਟ ਹੈਜ਼ ਆਲਰੇਡੀ ਸੈਡ ਇਟ, ਇਟਸ ਨਾਟ ਗੋਇੰਗ ਟੂ ਹੈਪਨ। ਤੇ ਉਹ ਕਹਿੰਦੇ ਵੀ ਬਾਕੀ ਮੁਲਕ ਵੀ ਜਿਹੜੇ ਗਲਫ ਦੇ ਵਿੱਚ ਆ ਉਹ ਇਸ ਸਟਾਂਸ ਦੇ ਵਿੱਚ ਸਾਥ ਜਿਹੜੇ ਉਹ ਦੇਣਗੇ। ਤੇ ਇਸ ਤਰੀਕੇ ਦੇ ਨਾਲ ਹੀ ਹੋਰ ਜਿਹੜੇ ਮਾਰਕੋ ਰੂਬੀਓ ਉਹਨਾਂ ਦੇ ਬਿਆਨ ਜਿਹੜੇ ਧਿਆਨ ਖਿੱਚਦੇ ਨੇ, ਕਹਿੰਦੇ ਵੀ ਯੂਐਸ ਵਾਲੇ ਕੁਝ ਵੀ ਇਦਾਂ ਦਾ ਕੰਮ ਨਹੀਂ ਕਰਨਗੇ ਵੀ ਜਿਹਦੇ ਨਾਲ ਜਿਹੜੇ ਗਲਫ ਐਲਾਈਜ਼ ਆ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹਨਾਂ ਨੂੰ ਕੋਈ ਨੁਕਸਾਨ ਜਾਂ ਉਹਨਾਂ ਨੂੰ ਕੋਈ ਖਤਰਾ ਜਿਹੜਾ ਉਹ ਪਹੁੰਚੇ। ਸੋ ਇਹ ਚੀਜ਼ ਵੀ ਉਹਨਾਂ ਨੇ ਬਿਆਨ ਜਿਹੜਾ ਉਹ ਦਿੱਤਾ, ਤੇ ਨਾਲ ਉਹਨਾਂ ਨੇ ਭਰੋਸਾ ਦਿਵਾਇਆ ਯੂਐਸ ਨੇ ਉੱਥੋਂ ਦੇ ਗਲਫ ਮੁਲਕਾਂ ਨੂੰ ਵੀ ਜਿਹੜੀਆਂ ਸਾਡੀਆਂ ਸਿਕਿਉਰਿਟੀ ਅਸ਼ੋਰੈਂਸਿਸ ਆ ਵੀ ਤੁਹਾਡੀ ਅਸੀਂ ਰੱਖਿਆ ਕਰਾਂਗੇ, ਇਹ ਬਿਲਕੁਲ ਸੱਚੀਆਂ ਨੇ, ਰੀਅਲ ਨੇ, ਅਸੀਂ ਐਵੇਂ ਹਵਾ ਦੇ ਵਿੱਚ ਗੱਲਾਂ ਜਿਹੜੀਆਂ ਉਹ ਨਹੀਂ ਕਰ ਰਹੇ। ਪਰ ਆਪਾਂ ਰੀਸੈਂਟਲੀ ਦੇਖਿਆ ਵੀ ਈਰਾਨ ਨੇ ਗਲਫ ਦੇ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਅਮਰੀਕੀ ਅੱਡਿਆਂ ਦੇ ਉੱਤੇ ਤੇ ਹੋਰ ਉਹਨਾਂ ਦੇ ਥਾਵਾਂ ਦੇ ਉੱਤੇ ਜਿੱਥੇ ਅਮਰੀਕੀ ਇਨਫਰਾਸਟਰਕਚਰ ਹੋਣ ਦਾ ਉਹ ਦਾਅਵਾ ਕਰਦੇ ਆ, ਉਹਨਾਂ ਨੂੰ ਆਪਣੀਆਂ ਮਿਜ਼ਾਈਲਸ ਦਾ, ਡਰੋਨਸ ਦਾ ਜਿਹੜਾ ਉਹ ਨਿਸ਼ਾਨਾ ਜਿਹੜਾ ਉਹ ਬਣਾਇਆ ਸੀਗਾ। ਈਰਾਨ ਦੇ ਅਧਿਕਾਰੀ ਜਿਹੜੇ ਮੇਨ ਨੈਗੋਸ਼ੀਏਟਰ ਆ ਗਲਿਫਬਾਗ, ਉਹਨਾਂ ਦੇ ਪਾਰਲੀਮੈਂਟ ਦੇ ਸਪੀਕਰ, ਉਹਨਾਂ ਨੇ ਕਿਹਾ ਵੀ ਗਲਫ ਦੀਆਂ ਜਿਹੜੀਆਂ ਇਲਾਕੇ ਦੀਆਂ ਜਿੰਨੀਆਂ ਵੀ ਦਿੱਕਤਾਂ ਆ, ਪ੍ਰੋਬਲਮਸ ਆ, ਉਹਦੇ ਲਈ ਸਿਰਫ ਇਜ਼ਰਾਈਲ ਜਿਹੜਾ ਉਹ ਜ਼ਿੰਮੇਵਾਰ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜੀਆਂ ਵੀ ਕੰਟਰੀਜ਼ ਇਸ ਇਲਾਕੇ ਦੀਆਂ ਆ, ਇਹ ਨਵਾਂ ਸਿਸਟਮ ਜਿਹੜਾ ਉਹ ਬਣਾਉਣ, ਨਵੀਆਂ ਕੈਪੇਬਿਲਿਟੀਜ਼ ਦੇ ਹਿਸਾਬ ਦੇ ਜਿਹੜੇ ਉਹ ਨਾਲ, ਤੇ ਟਰਕੀ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਇਸ ਟਾਈਮ ਉਹ ਪਹੁੰਚੇ ਹੋਏ ਸੀਗੇ। ਤੇ ਗਲਫਬਾਗ ਨੇ ਕਿਹਾ ਵੀ ਜਿਹੜੇ ਮੁਸਲਿਮ ਮੁਲਕ ਆ ਉਹਨਾਂ ਨੇ ਇਹ ਬਿਆਨ ਦਿੱਤਾ ਵੀ ਉਹਨਾਂ ਨੂੰ ਹੁਣ ਆਪਸ ਦੇ ਵਿੱਚ ਹਾਰਮਨੀ, ਪਿਆਰ ਦੇ ਨਾਲ, ਇਤਫਾਕ ਦੇ ਨਾਲ ਜਿਹੜਾ ਉਹ ਰਹਿਣਾ ਜਿਹੜਾ ਉਹ ਚਾਹੀਦਾ ਆ। ਕਹਿੰਦੇ ਵੀ ਇਹ ਹੁਣ ਅਨਅਵੋਇਡੇਬਲ ਨੈਸੈਸਿਟੀ ਜਿਹੜੀ ਉਹ ਬਣ ਚੁੱਕੀ ਆ, ਵੀ ਇਸ ਤੋਂ ਬਗੈਰ ਹੁਣ ਬੇਸਿਕਲੀ ਗੁਜ਼ਾਰਾ ਜਿਹੜਾ ਉਹ ਨਹੀਂ ਹੈਗਾ। ਉਧਰ ਲੈਬਨਾਨ ਦੇ ਵਿੱਚ ਲੋਕ ਕਹਿੰਦੇ ਵੀ ਵਾਪਸ ਘਰਾਂ ਨੂੰ ਪਰਤ ਤਾਂ ਰਹੇ ਆ, ਪਰ ਉਹਨਾਂ ਨੂੰ ਭਰੋਸਾ ਕੋਈ ਨਹੀਂ। ਉਹਨਾਂ ਨੂੰ ਇਹ ਡਰ ਨਾਲ ਦੇ ਨਾਲ ਸਤਾ ਰਿਹਾ ਵੀ ਕੀ ਪਤਾ ਦੁਬਾਰਾ ਇਜ਼ਰਾਈਲ ਵਾਲੇ ਲੈਬਨਾਨ ਦੇ ਉੱਤੇ ਦੁਬਾਰਾ ਜਿਹੜਾ ਉਹ ਹਮਲਾ ਸ਼ੁਰੂ ਕਰ ਦੇਣ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਹ ਦੁਬਾਰਾ ਵਾਅਦਾ ਕੀਤਾ ਵੀ ਉਹ ਈਰਾਨ ਨੂੰ ਨਿਊਕਲੀਅਰ ਵੈਪਨ ਬਣਾਉਣ ਤੋਂ ਹਰ ਹਾਲਤ ਦੇ ਵਿੱਚ ਰੋਕ ਕੇ ਜਿਹੜੇ ਉਹ ਰੱਖਣਗੇ। ਲੈਬਨਾਨ ਦੇ ਕਈ ਇਲਾਕਿਆਂ ਤੋਂ ਗੋਲੀਬਾਰੀ ਦੀ ਜਿਹੜੀਆਂ ਰਿਪੋਰਟਸ ਆ ਉਹ ਅਜੇ ਵੀ ਆ ਰਹੀਆਂ ਹੈਗੀਆਂ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਐਰੀਜ਼ੋਨਾ ਦੇ ਵਿੱਚ ਇੱਕ ਜੋ ਡਿਪਾਰਟਮੈਂਟ ਆਫ ਜਸਟਿਸ ਤੇ ਯੂਐਸ ਸਟੇਟ ਦਾ ਜਿਹੜਾ ਅਟਾਰਨੀ ਆਫਿਸ ਡਿਸਟ੍ਰਿਕਟ ਆਫ ਐਰੀਜ਼ੋਨਾ ਦਾ, ਉਹਨਾਂ ਨੇ ਇਹ ਕਿਹਾ ਵੀ $1.2 ਬਿਲੀਅਨ ਦੇ ਜਿਹੜੇ ਝੂਠੇ ਤੇ ਫਰੋਜ਼ੂਲੈਂਟ ਕਲੇਮ ਕੀਤੇ ਗਏ ਸੀ ਨੈਸ਼ਨਲ ਹੈਲਥ ਕੇਅਰ ਫਰਾਡ ਦੇ ਤਹਿਤ, ਉੱਥੇ ਲੋਕਾਂ ਨੂੰ ਚਾਰਜ ਕੀਤਾ ਗਿਆ ਹੈਗਾ ਆ। ਯੂਨਾਈਟਿਡ ਸਟੇਟ ਦੇ ਅਟਾਰਨੀ ਟਿਮੋਥੀ ਕੋਰਚੇਨੀ, ਉਹਨਾਂ ਨੇ ਅਨਾਊਂਸ ਕੀਤਾ ਵੀ ਕ੍ਰਿਮੀਨਲ ਚਾਰਜਸ 4 ਡਿਫੈਂਡੈਂਟਸ ਦੇ ਅਗੇਂਸਟ ਲਾਏ ਗਏ ਆ ਜਿਨ੍ਹਾਂ ਨੇ ਮੈਡੀਕੇਅਰ ਦੇ ਵਿੱਚ ਫਰਾਡ ਕੀਤਾ ਹੈਗਾ। ਮੈਡੀਕੇਅਰ, ਮੈਡੀਕੇਡ ਤੇ ਹੋਰ ਜਿਹੜੀਆਂ ਫੈਡਰਲ ਹੈਲਥ ਕੇਅਰ ਪ੍ਰੋਗਰਾਮ ਹੈਗੇ, ਇਹਦੇ ਵਿੱਚ ਟੋਟਲ $1.2 ਬਿਲੀਅਨ ਦਾ ਇਹ ਜਿਹੜਾ ਫਰਾਡ ਕੀਤਾ ਗਿਆ ਹੈਗਾ। ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਡਾਕਟਰ, ਕਈ ਹੌਸਪਿਸ ਸੈਂਟਰ,
ਮੈਡੀਕਲ ਸੈਂਟਰਸ, ਉਹਨਾਂ ਦੇ ਬੰਦੇ ਜਿਹੜੇ ਅਰੈਸਟ ਹੋ ਰਹੇ ਆ, ਜਿਹੜੇ ਬਿਲੀਅਨਸ ਆਫ ਡਾਲਰ ਦਾ ਜਿਹੜਾ ਨੁਕਸਾਨ ਆ ਉਹ ਝੂਠੇ ਕਲੇਮ ਕਰਕੇ ਉਹ ਕਰ ਰਹੇ ਹੈਗੇ ਆ। ਬਿਲੀਅਨਸ ਆਫ ਡਾਲਰ ਕਹਿੰਦੇ ਵੀ ਫਰਾਡ ਹਾਈਲਾਈਟ ਹੋਇਆ, ਤੇ ਇਹਦੇ ਨਾਲ ਹਰ ਇੱਕ ਅਮਰੀਕਨ ਔਖਾ ਆ, ਆਮ ਸਿਟੀਜ਼ਨ ਵੀ। ਕਿ ਜਦੋਂ ਅਸੀਂ ਇੰਸ਼ੋਰੈਂਸ ਲੈਂਦੇ ਆ, ਇੰਸ਼ੋਰੈਂਸ ਦੇ ਪੈਸੇ ਦਿੰਦੇ ਆ, ਫਿਰ ਵੀ ਜਦੋਂ ਅਸੀਂ ਡਾਕਟਰ ਦੇ ਜਾਂਦੇ, ਦਵਾਈਆਂ ਲੈਂਦੇ ਆ, ਫਿਰ ਵੀ ਸਾਨੂੰ ਆਪਣੀ ਪਾਕਟ 'ਚੋਂ ਬਹੁਤ ਪੈਸੇ ਦੇਣੇ ਪੈਂਦੇ, ਕਿਉਂਕਿ 100% ਕਵਰੇਜ ਨਹੀਂ ਹੁੰਦੀ। ਪਰ ਦੂਸਰੇ ਪਾਸੇ ਜਿਹੜੇ ਇੱਦਾਂ ਦੇ ਲੋਕ ਹੈਗੇ ਆ, ਉਹ ਝੂਠੇ ਕਲੇਮ ਪਾ ਕੇ ਜਿਹੜਾ ਪੂਰਾ ਗਵਰਨਮੈਂਟ ਨੂੰ ਲੁੱਟ ਰਹੇ ਆ, ਜਿਹੜਾ ਅਲਟੀਮੇਟਲੀ ਜਿਹਦਾ ਬੋਝ ਆ ਉਹ ਲੋਕਾਂ ਦੇ ਉੱਤੇ ਪੈਂਦਾ ਹੈਗਾ। 455 ਦੇ ਕਰੀਬ ਡਿਫੈਂਡੈਂਟਸ, ਜਿਹਦੇ ਵਿੱਚ 90 ਡਾਕਟਰ ਆ, ਹੁਣ ਪੜ੍ਹੇ ਲਿਖੇ ਬੰਦੇ ਆ ਡਾਕਟਰ, ਤੁਸੀਂ ਹਿਸਾਬ ਲਾ ਲਓ, ਤੇ ਲਾਇਸੈਂਸਡ ਮੈਡੀਕਲ ਪ੍ਰੋਫੈਸ਼ਨਲਸ ਆ, ਤੇ ਹੋਰ ਜਿਹੜੇ ਇਹਨਾਂ ਨਾਲ ਪਾਰਟਿਸਿਪੇਸ਼ਨ ਕਰਦੇ ਹੈਗੇ ਆ ਵੱਖ-ਵੱਖ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਇਹ ਗਰੁੱਪ ਆ, ਉਹ ਸਾਰੇ ਜਿਹੜੇ ਆ ਇਸ ਫਰਾਡ ਦੇ ਵਿੱਚ ਤੇ ਓਪੀਓਇਡ ਅਬਿਊਜ਼ ਸਕੀਮ ਦੇ ਵਿੱਚ ਇਨਵੋਲਵ ਹੋਏ ਆ। 6.5 ਬਿਲੀਅਨ ਡਾਲਰ ਦੇ ਕਲੇਮਸ ਕੀਤੇ ਗਏ ਹੈਗੇ ਆ। ਸੋ 56 ਦੇ ਕਰੀਬ ਫੈਡਰਲ ਡਿਸਟ੍ਰਿਕਟ ਤੇ 45 ਸਟੇਟਸ ਤੇ ਟੈਰੀਟਰੀਜ਼ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਫਰਾਡ ਹੋਇਆ। ਇੱਕ ਬੰਦਾ ਤਾਂ ਫਿਲੀਪੀਨ ਨੂੰ ਭੱਜ ਗਿਆ ਸੀ, ਉੱਥੋਂ ਫੜ ਕੇ ਲਿਆਂਦਾ, ਜਿਨ ਬਿਲੀਅਨਸ ਆਫ ਡਾਲਰ ਦਾ ਜੋ ਸੋ ਟੋਟਲ ਜੇ ਫਰਾਡ ਦੱਸਦੇ ਜਾਈਏ, ਇੱਕ ਦੇ ਉੱਤੇ 10.6 ਬਿਲੀਅਨ ਡਾਲਰ ਦੇ ਜਿਹੜੇ ਚਾਰजेस ਲੱਗੇ ਆ ਫਰਾਡ ਦੇ। ਤੇ ਫਿਲੀਪਾਈਨਸ ਦੇ ਵਿੱਚ ਉਹ ਭੱਜ ਗਿਆ ਸੀ ਤੇ ਉੱਥੇ ਹੁਣ FBI ਦੀ ਮੋਸਟ ਵਾਂਟਡ ਫਰਾਡਸਟਰ ਲਿਸਟ ਦੇ ਵਿੱਚ ਹੈਗਾ ਆ। ਇੱਕ ਦੇ ਉੱਤੇ 1.2 ਬਿਲੀਅਨ ਡਾਲਰ ਟੈਲੀਮੈਡੀਸਿਨ ਫਰਾਡ ਸਕੀਮ ਦੇ ਚਾਰजेस ਲਾਏ ਗਏ ਹੈਗੇ ਆ। 182 ਮਿਲੀਅਨ ਡਾਲਰ ਕੈਸ਼ ਵੀ ਇੱਕ ਜਗ੍ਹਾ ਦੇ ਉੱਤੋਂ ਜਿਹੜਾ ਆ ਮਿਲਿਆ, ਜਿਹਦੇ ਵਿੱਚ ਲਗਜ਼ਰੀ ਵਹੀਕਲਸ, ਹੋਰ ਜਿਹੜੇ ਸੋਨਾ, ਬਹੁਤ ਕੁਝ ਜਿਹੜਾ ਆ ਉਹ ਫੜਿਆ ਗਿਆ ਹੈਗਾ। ਸੂਜ਼ੀ ਕੈਮੀਨ 55 ਸਾਲਾਂ ਦੀ ਵੈਸਟਚੈਸਟਰ ਇਲੀਨੋਇਸ ਤੋਂ ਆ। ਉਹਦੇ ਉੱਤੇ 918 ਮਿਲੀਅਨ ਡਾਲਰ ਦੇ ਝੂਠੇ ਕਲੇਮ ਫਾਈਲ ਕਰਨ ਦੇ ਲਈ ਮੈਡੀਕੇਅਰ ਦੇ ਉਹਨੂੰ ਚਾਰਜ ਕੀਤਾ ਗਿਆ। ਜਿੰਮੀ ਮੋਅੰਬੂ 38 ਸਾਲਾਂ ਦਾ, ਇਹ ਗਲੈਂਡੇਲ ਐਰੀਜ਼ੋਨਾ ਤੋਂ ਹੈਗਾ ਆ। ਇਹਦੇ ਉੱਤੇ ਜਿਹੜਾ ਆ 44 ਮਿਲੀਅਨ ਡਾਲਰ ਮੈਡੀਕੇਡ ਦੇ ਫਰਾਡ ਦੇ ਵਿੱਚ ਕਰਨ ਦੇ ਚਾਰजेस ਲੱਗੇ ਆ। ਸੈਂਡਰਾ ਪੀਟਰਸ 45 ਸਾਲਾਂ ਦੇ, ਇਹ ਸੇਂਟ ਜੌਨ ਫਲੋਰੀਡਾ ਤੋਂ ਹੈਗੇ ਆ। ਇਹਦੇ ਤੇ 10 ਮਿਲੀਅਨ ਡਾਲਰ ਫਾਲਸ ਤੇ ਫਰੋਜੂਲੈਂਟ ਕਲੇਮ ਮੈਡੀਕੇਅਰ ਦੇ। ਬ੍ਰਾਇਨ ਰੋਵਨ 47 ਸਾਲਾਂ ਦੇ, ਲਾਸ ਵੈਗਸ ਨਵਾਡਾ ਤੋਂ, ਜਿਹਦੇ ਉੱਤੇ 1.2 ਬਿਲੀਅਨ ਡਾਲਰ ਦੇ ਜਿਹੜੇ ਚਾਰजेस ਆ ਉਹ ਲੱਗੇ। ਜੀ, ਬਿਲਕੁਲ। ਹਰਜੋਤ ਸਿੰਘ ਜੀ, 7 ਮਿਨੇਸੋਟਾ ਦੇ ਪ੍ਰੋਵਾਈਡਰਸ ਹੈਲਥ ਕੇਅਰ ਫਰਾਡ ਦੇ ਟੇਕ ਡਾਊਨ ਦੇ ਵਿੱਚ ਇੱਕ ਖਬਰ ਹੁਣ ਮਿਨੇਸੋਟਾ ਦੀ ਜਿਹੜੀ ਆ ਰਹੀ ਆ, 455 ਜਾਣਿਆਂ ਦੇ ਉੱਤੇ ਚਾਰਜ ਲਾਏ ਗਏ ਆ। 400 ਤੇ 55 ਜਾਣੇ, ਲਾਈਕ ਜਸਟ ਇਮੈਜਿਨ। ਕਈ ਵਾਰੀ ਕਿਸੇ ਨੇ ਪਾਰਟੀ ਕਰਨੀ ਹੁੰਦੀ ਨਾ, ਵਿਆਹ ਸ਼ਾਦੀ ਦੇ ਇੰਨੇ ਬੰਦੇ ਨਹੀਂ ਇਕੱਠ ਜਿਹੜਾ ਉਹ ਹੁੰਦਾ। 455 ਜਾਣਿਆਂ ਦੇ ਉੱਤੇ ਤਾਂ ਦੋਸ਼ ਆਇਦ ਕੀਤੇ ਆ। 6.5 ਬਿਲੀਅਨ ਡਾਲਰ ਦਾ ਜਿਹੜਾ ਹੈਲਥ ਕੇਅਰ ਫਰਾਡ ਟੇਕ ਡਾਊਨ ਹੈ ਜਿਹੜਾ ਉਹ ਕੀਤਾ ਗਿਆ ਹੈਗਾ ਆ। 7 ਜਿਹੜੇ ਮਿਨੇਸੋਟਾ ਦੇ ਪ੍ਰੋਵਾਈਡਰ ਆ, ਕਹਿੰਦੇ ਵੀ ਉਹ ਨੈਸ਼ਨਲ ਹੈਲਥ ਕੇਅਰ ਫਰਾਡ ਟੇਕ ਡਾਊਨ ਦੇ ਬਾਰੇ ਜਿਹੜਾ ਆ ਉਹ ਜਾਣਕਾਰੀ ਦਿੱਤੀ ਆ। US ਡਿਪਾਰਟਮੈਂਟ ਆਫ ਜਸਟਿਸ ਤੇ ਐਕਟਿੰਗ ਅਟਾਰਨੀ ਜਨਰਲ ਟੌਡ ਬਲੈਂਚ ਜਿਹੜੇ ਉਹ ਹੋਣਾ ਨੇ, ਕਹਿੰਦੇ ਵੀ ਇਹ 45 ਸੂਬਿਆਂ 'ਚ ਤੇ ਹੋਰ ਟੈਰੀਟਰੀਜ਼ ਦੇ ਵਿੱਚ ਇਹ ਸਕੀਮਾਂ ਜਿਹੜੀਆਂ ਉਹ ਲਾ ਰਹੇ ਸੀ। ਹੈਲਥ ਕੇਅਰ ਫਰਾਡ ਕਥਿਤ ਤੌਰ ਦੇ ਉੱਤੇ ਤੇ ਓਪੀਆਈਡ ਅਬਿਊਜ਼ ਦੀਆਂ ਜਿਹੜੀਆਂ ਸਕੀਮਾਂ ਆ, ਉਹ ਇਹਨਾਂ ਦੇ ਉੱਤੇ ਜਿਹੜੀਆਂ ਚਾਰजेस ਇਸ ਦੇ ਤਹਿਤ ਲਾਏ ਗਏ ਹੈਗੇ ਆ। ਕਹਿੰਦੇ ਵੀ ਫਾਲਸ ਕਲੇਮ 6.5 ਬਿਲੀਅਨ ਡਾਲਰ ਦੀ ਲਾਗਤ ਦੇ ਉਹਨਾਂ ਨੇ ਜਿਹੜੇ ਉਹ ਕੀਤੇ ਹੈਗੇ ਆ। ਸੋ ਮਿਨੀਸੋਟਾ ਦੇ ਜਿਹੜੇ ਅਟਾਰਨੀ ਜਨਰਲ ਆ, ਉਹਨਾਂ ਦੇ ਆਫਿਸ ਨੇ ਕਨਫਰਮ ਕੀਤਾ ਵੀ 7 ਜਾਣੇ ਉਹਨਾਂ ਨੇ ਉੱਥੋਂ ਜਿਹੜੇ ਉਹ ਅਕਿਊਜ਼ ਆ, ਉਹਨਾਂ ਨੂੰ ਚਾਰजेस ਜਿਹੜੇ ਉਹ ਲਾਏ ਆ। 7-7 ਲੱਖ ਡਾਲਰ ਦੇ ਜਿਹੜੇ ਟੋਟਲ ਬਿਲਿੰਗ ਆ ਇਹਨਾਂ ਨੇ ਜਿਹੜੀ ਉਹ ਕੀਤੀ ਸੀਗੀ। ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਬਣੀ ਹੈਗੀ ਆ। ਸੋ ਤੁਸੀਂ ਇਮੈਜਿਨ ਕਰੋ, ਹੁਣ 455 ਜਾਣਿਆਂ ਦਾ ਨਾਂ ਤਾਂ ਆਪਾਂ ਨਹੀਂ ਜਿਹੜਾ ਤੁਹਾਨੂੰ ਦੱਸ ਸਕਦੇ। ਓਬਵੀਅਸਲੀ ਇਹ ਉੱਥੋਂ ਤੁਹਾਨੂੰ ਜਾਣਕਾਰੀ ਇਵੈਂਚੁਅਲੀ ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਜਿਹੜੀ ਉਹ ਲੱਗ ਜਾਊਗੀ। ਸੋ ਅਟਾਰਨੀ ਜਨਰਲ ਨੇ ਕਿਹਾ ਵੀ ਅਸੀਂ ਮਿਨੇਸੋਟਾ ਦੇ ਅਟਾਰਨੀ ਜਨਰਲ ਦੇ ਨਾਲ ਮਿਲ ਕੇ, ਉੱਥੋਂ ਦੇ ਡਿਪਾਰਟਮੈਂਟ ਆਫ ਹਿਊਮਨ ਸਰਵਿਸਿਜ਼ ਦੇ ਨਾਲ ਮਿਲ ਕੇ ਤੇ ਲਾ ਐਨਫੋਰਸਮੈਂਟ ਦੇ ਨਾਲ ਮਿਲ ਕੇ ਬਹੁਤ ਜ਼ਿਆਦਾ ਜਿਹੜਾ ਐਵੀਡੈਂਸ, ਕ੍ਰੈਡੀਬਲ ਐਵੀਡੈਂਸ ਇਸ ਫਰਾਡ ਦਾ ਉਹ ਇਕੱਠਾ ਕੀਤਾ, ਜਿਸ ਦੇ ਆਧਾਰ ਦੇ ਉੱਤੇ 455 ਜਾਣਿਆਂ ਦੇ ਉੱਤੇ ਚਾਰजेस ਜਿਹੜੇ ਉਹ ਲਾਏ ਗਏ ਹੈਗੇ ਆ। ਤੇ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਐਡਮਿਨਿਸਟ੍ਰੇਟਿਵ ਪਾਵਰ ਦੀ ਵਰਤੋਂ ਕਰਦੇ ਰਵਾਂਗੇ ਤਾਂ ਜੋ ਜਿਹੜੀ ਮਨੀ ਆ ਮੈਡੀਕੇਡ ਪ੍ਰੋਵਾਈਡਰਸ ਨੂੰ, ਜਿਹੜੀ ਫਰਾਡੂਲੈਂਟ ਮੈਡੀਕੇਅਰ ਪ੍ਰੋਵਾਈਡਰਸ ਖਿੱਚ ਰਹੇ ਆ ਟੈਕਸ ਪੇਅਰ ਮਨੀ, ਉਹਨਾਂ ਨੂੰ ਨੱਥ ਜਿਹੜੀ ਉਹ ਪਾਈ
ਜਾ ਸਕੇ। ਸੋ CBS ਨੇ ਵੀ ਕੁਝ ਮਹੀਨੇ ਪਹਿਲਾਂ ਇੱਥੇ LA ਸਾਈਡ ਦੇ ਵਿੱਚ ਜਿਹੜੀ ਓਲਡਰ ਕੇਅਰ ਦੀ ਤੇ ਇਸੇ ਤਰੀਕੇ ਦੀ ਜਿਹੜੀ ਉਹ ਕੀਤੀ ਹੋਈ ਸੀਗੀ ਵੀ ਉਹਨੇ ਕਿਸ ਤਰੀਕੇ ਦੇ ਨਾਲ ਧਾਂਦਲੀਆਂ ਜਿਹੜੀਆਂ ਉਹ ਕੀਤੀਆਂ ਸੀਗੀਆਂ ਤੇ ਉਹਨਾਂ ਨੂੰ ਜਿਹੜਾ ਉਹ ਫੜਿਆ ਸੀਗਾ। ਥੋੜੇ ਦਿਨ ਪਹਿਲਾਂ ਇੱਕ ਪਾਕਿਸਤਾਨੀ ਮੂਲ ਦਾ ਜਿਹੜਾ ਬੰਦਾ ਉਹਨੂੰ ਅੰਦਰ ਜਿਹੜਾ ਉਹ ਕੀਤਾ ਸੀਗਾ। ਉਹਦੇ ਉੱਤੇ ਵੀ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਦੇ ਜਿਹੜੇ ਮੈਡੀਕੇਅਰ ਪਲਾਨ ਦੇ ਜਿਹੜੇ ਫਰਾਡੂਲੈਂਟ ਬਿਲਿੰਗ ਕਰਨ ਦੇ ਜਿਹੜੇ ਚਾਰजेस ਉਹ ਲਾਏ ਸੀਗੇ। ਇਹ ਸਦਰਨ ਕੈਲੀਫੋਰਨੀਆ ਦਾ ਰਹਿਣ ਵਾਲਾ ਸੀਗਾ। ਓਰੇਗਨ ਕਲੀਨਿਕਲ ਲੈਬੋਰਟਰੀ ਕਲੈਮਥ ਫਾਲਸ ਦੇ ਵਿੱਚ ਦਾ ਇਹ ਓਨਰ ਹੈਗਾ ਜਹਾਂਗੀਰ ਅਲੀ 34 ਸਾਲ ਪਾਕਿਸਤਾਨ ਦਾ ਜਿਹੜਾ ਸਿਟੀਜ਼ਨ ਤੇ ਇਸ ਨੂੰ ਜਿਹੜਾ ਉਹ ਪੇਸ਼ ਕੀਤਾ ਗਿਆ ਸੀਗਾ ਅਦਾਲਤ ਦੇ ਵਿੱਚ। ਫਰਾਡੂਲੈਂਟ ਬਿੱਲ ਜਿਹੜੇ ਮੈਡੀਕੇਅਰ ਪਲਾਨ ਦੇ ਲੋਕਾਂ ਦੇ ਉਹ ਮੈਡੀਕੇਅਰ ਸਿਸਟਮ ਦੇ ਵਿੱਚ ਪਾਉਂਦਾ ਰਿਹਾ ਤੇ ਕਹਿੰਦੇ ਵੀ ਐਜ਼ ਅ ਰਿਜ਼ਲਟ ਫਰਾਡ ਦੇ ਮੈਡੀਕੇਅਰ ਐਡਵਾਂਟੇਜ ਪਲਾਨਸ ਨੇ ਇਹਨੂੰ $28 ਮਿਲੀਅਨ ਜਿਹੜੇ ਫਰਾਡੂਲੈਂਟ ਕਲੇਮਸ ਦੇ ਜਿਹੜੇ ਉਹ ਦਿੱਤੇ LA 에ਅਰਪੋਰਟ ਤੋਂ ਜਿਹੜਾ ਇਹ ਭੱਜ ਰਿਹਾ ਸੀਗਾ ਪਾਕਿਸਤਾਨ ਨੂੰ। ਟਰਕੀ ਨੂੰ ਇਹਦੀ ਫਲਾਈਟ ਸੀ, ਉੱਥੋਂ ਅੱਗੇ ਇਹਨੇ ਪਾਕਿਸਤਾਨ ਨੂੰ ਜਿਹੜਾ ਉਹ ਜਾਣਾ ਸੀਗਾ। ਇਹ 26 ਫਰਵਰੀ ਦੀ ਗੱਲ ਰਾਹ 'ਚ ਹੀ ਇਹਨਾਂ ਨੇ ਪਹਿਲਾਂ ਹੀ ਜਿਹੜਾ ਉਹ ਦਬੋਚ ਲਿਆ LA ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਤੇ ਇਸ ਟਾਈਮ ਹੁਣ ਜੇਲ੍ਹ ਦੀ ਹਵਾ ਜਿਹੜੀ ਉਹ ਖਾ ਰਿਹਾ ਸੋ ਇੰਨਾ ਕੁ ਜ਼ਿਆਦਾ ਜਿਹੜੀ ਧਾਂਦਲੀ ਜਿਹੜੀ ਹਰਜੋਤ ਸਿੰਘ ਜੀ ਹੈਲਥ ਇੰਸ਼ੋਰੈਂਸ ਦੇ ਨਾਂ ਦੇ ਉੱਤੇ ਨਕਲੀ ਬਿੱਲ ਬਣਾ ਕੇ ਜਿਹੜੀ ਉਹ ਚੱਲ ਰਹੀ ਹੈਗੀ ਤੇ ਹੁਣ ਇਵੈਂਚੁਅਲੀ ਉਹਨਾਂ ਦਾ ਪਰਦਾਫਾਸ਼ ਹੋਣਾ ਸ਼ੁਰੂ ਹੋਇਆ ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਫਿਰ ਹੋਰ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ, ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ, 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408-272 5200 ਯਾਨੀ 4082725200 ਤੇ ਦੂਜਾ ਨੰਬਰ 408-722-7698 ਡਾਇਲ ਕਰੋ ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ
सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ आउट ऑफ कोर्ट सेटलमेंट्स लेके देणगे। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो यूएसए 7 दिन 24 घंटे चलने वाला पंजाबियों का अपना मन पाउंदा रेडियो स्टेशन ते साडे प्लेटफॉर्म पंजाबी टीवी यूएसए नु फॉलो करो। साडे फेसबुक, यूट्यूब, इंस्टाग्राम ते टिकटॉक प्लेटफॉर्म्स ते ज्वाइन करन तो मगरों सब्सक्राइब करो, फॉलो करो और अपडेट रहो। असि तुहानू खबरदार रखण लई करंट अफेयर्स ते मनोरंजन भरपूर एंटरटेनमेंट प्रोग्राम पेश करने हां जिद्दां अपडेट अमेरिका प्रोग्राम लेके हाजिर हो चुके हैं इस मौके। अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी 7 अपडेट पाकिस्तान, सिख हिस्ट्री अपडेट, फार्मिंग, गेटवे टू कॉलेज, ब्रेकिंग न्यूज, कवि दरबार अपडेट, कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स, 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी यूएसए ते अपने बिजनेस की प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698। पंजाबी रेडियो यूएसए ताड़े बिजनेस दे वधा दे वास्ते अपने प्लेटफॉर्म्स राही एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो यूएसए नाल। कलैक्शन कॉल्स बंद करवाओ, 60% तक अपना कर्जा माफ करवाओ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। यूएस ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800 ਅਮਰੀਕਾ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਉਹ ਤਾਂ ਦਾਅਵਾ ਕਰਦੇ ਆ ਵੀ ਅਸੀਂ ਅਮਰੀਕਨ ਲੋਕਾਂ ਦਾ ਬੜਾ ਧਿਆਨ ਰੱਖਦੇ ਹਾਂ, ਅਸੀਂ ਅਫੋਰਡੇਬਲ ਲਾਈਫ ਬਣਾਉਣੀ ਚਾਹੁੰਦੇ ਹਾਂ। ਪਰ ਹੁਣ ਜਦ ਬਿੱਲ ਇੱਕ ਪਾਸ ਹੋਇਆ ਆ ਤੇ ਉਹਨੂੰ ਸਾਈਨ ਕਰਨਾ ਆ ਤੇ ਟਰੰਪ ਉਹਨੇ ਸਾਈਨ ਕਰਨ ਤੋਂ ਇਨਕਾਰ ਕਰ ਰਿਹਾ। ਉਹਨਾਂ ਨੇ ਜਿਹੜਾ ਇਵੈਂਟ ਰੱਖਿਆ ਸੀਗਾ ਅਮਰੀਕਨ ਲੋਕਾਂ ਦੀ ਜ਼ਿੰਦਗੀ ਮੋਰ ਅਫੋਰਡੇਬਲ ਬਣਾਉਣ ਵਾਲਾ, ਉਸ ਨੂੰ ਉਹਨਾਂ ਨੇ ਕੈਂਸਲ ਜਿਹੜਾ ਉਹ ਕਰ ਦਿੱਤਾ। ਬਿੱਲ ਜਿਹੜਾ ਆ ਉਹ ਸਾਈਨ ਨਹੀਂ ਹੋਊਗਾ, ਜਿਹਦੇ ਨਾਲ ਹਾਊਸਿੰਗ ਕਾਸਟ ਜਿਹੜੀ ਉਹ ਘਟਣੀ ਸੀਗੀ। ਸੋ ਫੋਕੇ ਦਾਅਵੇ ਜਿਹੜੇ ਆ ਉਹ ਟਰੰਪ ਦੇ ਇਸ ਟਾਈਮ ਸਾਹਮਣੇ ਆ। ਲੋਕਾਂ ਨੂੰ ਹੋਰ ਤਰੀਕੇ ਦੇ ਨਾਲ ਉਹ ਪੇਸ਼ ਕਰਦੇ ਆ, ਪਰ ਅਸਲ 'ਚ ਇੱਦਾਂ ਦੇ ਜਦੋਂ ਉਹ ਵਰਤਾਰੇ ਕਰਦੇ ਆ ਤਾਂ ਫਿਰ ਉਹ ਲੋਕਾਂ ਨੂੰ ਹੋਰ ਕਲੀਅਰ ਜਿਹੜਾ ਉਹ ਇਸ ਦੇ ਵਿੱਚ ਹੁੰਦਾ ਆ। ਬਾਈ ਪਾਰਟੀਜ਼ਨ ਹਾਊਸਿੰਗ ਬਿੱਲ ਸੀਗਾ, ਰੀਅਲ ਇੱਕ ਜਿੱਤ ਸੀ ਅਮਰੀਕਨ ਲੋਕਾਂ ਦੇ ਲਈ ਵੀ ਹਾਊਸਿੰਗ ਦੀ ਕਾਸਟ ਇਸ ਦੇ ਨਾਲ ਜਿਹੜੀ ਉਹ ਘਟੇ। ਪਰ ਟਰੰਪ ਹੁਣਾਂ ਨੇ
ਇਸ ਨੂੰ ਜਿਹੜਾ ਆ ਉਹ ਸਾਈਨ ਕਰਨ ਤੋਂ ਹਾਲ ਦੀ ਘੜੀ ਜਿਹੜਾ ਉਹ ਕੈਂਸਲ ਕਰ ਦਿੱਤਾ ਆ। ਉਹਨਾਂ ਨੇ ਆਪਣਾ ਜਿਹੜਾ ਵੋਟਿੰਗ ਰਾਈਟ ਵਾਲਾ ਆ ਉਹ ਇਸ ਦੇ ਵਿੱਚ ਨਾਲ ਫਸਾ ਲਿਆ। ਕਹਿੰਦੇ ਵੀ ਉਹ ਵੀ ਇਸ ਨੂੰ ਜਿਹੜਾ ਉਹ ਕਰੋ। ਉਹ ਇੱਕ ਵੱਖਰਾ ਬਿੱਲ ਹੋਊਗਾ, ਜੇ ਉਹ ਪਾਸ ਹੁੰਦਾ ਨਹੀਂ ਹੁੰਦਾ ਕਿਵੇਂ ਜਿਹੜਾ ਉਹ ਹੋਊਗਾ, ਪਰ ਇਹ ਆਲਰੇਡੀ ਪਾਸ ਹੋਇਆ ਆ, ਸਿਰਫ ਇਹਨਾਂ ਨੇ ਸਾਈਨ ਕਰਦੇ ਆ। ਇਹ ਸਾਈਨ ਕਰਨ ਤੋਂ ਇਨਕਾਰੀ ਜਿਹੜੇ ਆ ਉਹ ਇਸ ਟਾਈਮ ਹੋਏ ਪਏ ਆ। ਬੱਚਿਆਂ ਲਈ ਜਿੱਦਾਂ ਕਈ ਵਾਰੀ ਜਿੱਦ ਨਹੀਂ ਜਿਹੜੀ ਉਹ ਕਰ ਲੈਂਦੇ, ਉਹ ਚੀਜ਼ ਜਿਹੜੀ ਉਹ ਬਣੀ ਪਈ ਆ। ਆਮ ਲੋਕ ਪਹਿਲਾਂ ਹੀ ਅਫੋਰਡੇਬਿਲਟੀ ਕ੍ਰਾਈਸਿਸ ਤੋਂ ਇੰਨੇ ਕੁ ਜ਼ਿਆਦਾ ਜਿਹੜੇ ਉਹ ਮਾਰੇ ਹੋਏ ਆ। ਉੱਤੋਂ ਇਹਨਾਂ ਨੇ ਜਦੋਂ ਈਰਾਨ ਤੇ ਲੜਾਈ ਲਾ ਲਈ, ਫਿਰ ਉਸ ਦੇ ਕਰਕੇ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਬਾਕੀ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧੀਆਂ ਤੇ ਲੋਕਾਂ ਦੇ ਹਾਲਾਤ ਜਿਹੜੇ ਉਹ ਮਾੜੇ ਇਸ ਦੇ ਵਿੱਚ ਹੋਏ ਆ। ਸੋ ਕਈ ਜਿਹੜੇ ਲੋਕ ਆ ਉਹ ਇਹ ਕਹਿ ਰਹੇ ਆ, ਦੋਨੋਂ ਹੀ ਤਰਫੋਂ ਕਹਿ ਰਹੇ ਆ, ਕਹਿੰਦੇ ਵੀ ਅਸੀਂ ਬੜੇ ਡਿਸਅਪੁਆਇੰਟਡ ਆ ਵੀ ਟਰੰਪ ਹੁਣਾਂ ਨੇ ਜਿਹੜਾ ਡਿਸੀਜਨ ਲਿਆ ਆ ਇਸ ਬਿੱਲ ਨੂੰ ਸਾਈਨ ਨਾ ਕਰਨ ਦਾ। ਕਹਿੰਦੇ ਵੀ ਹੈ ਤਾਂ ਚਲੋ ਪ੍ਰੈਜ਼ੀਡੈਂਟ ਦੀ ਆਪਣੀ ਜਿਹੜੀ ਉਹ ਮਰਜ਼ੀ, ਪਰ ਇਹ ਚੀਜ਼ ਪ੍ਰੈਜ਼ੀਡੈਂਟ ਨੂੰ ਜਿਹੜਾ ਆ ਉਹ ਦੇਖਣਾ ਜਿਹੜਾ ਉਹ ਚਾਹੀਦਾ। ਕਹਿੰਦੇ ਵੀ ਇਹਦਾ ਰੀਜ਼ਨ ਉਹਨਾਂ ਨੂੰ ਪਤਾ ਹੋਊਗਾ ਵੀ ਕਿੱਦਾਂ ਆ ਕਿਵੇਂ ਆ, ਪਰ ਆਪਾਂ ਆਲਰੇਡੀ ਬਾਈ ਪਾਰਟੀਜ਼ਨ ਤਰੀਕੇ ਦੇ ਨਾਲ ਇਸ ਬਿੱਲ ਨੂੰ ਹਾਊਸਿੰਗ ਕਾਸਟ ਘਟਾਉਣ ਦੇ ਲਈ ਪਾਸ ਜਿਹੜਾ ਉਹ ਕੀਤਾ ਆ। ਸੋ ਦੋਨੋਂ ਤਰਫੋਂ ਪਾਸ ਹੋ ਕੇ ਸਾਈਨ ਹੋਣ ਦੇ ਲਈ ਜਿਹੜਾ ਹਰਜੋਤ ਸਿੰਘ ਜੀ ਉੱਥੇ ਪਹੁੰਚਿਆ ਸੀਗਾ, ਜਿਸ ਨੂੰ ਹਾਲ ਦੀ ਘੜੀ ਟਰੰਪ ਹੁਣਾਂ ਨੇ ਸਾਈਨ ਕਰਨ ਤੋਂ ਕੈਂਸਲ ਕਰ ਦਿੱਤਾ ਹੈਗਾ ਜੀ। ਐਕਚੁਅਲੀ ਇਹਦੇ ਨਾਲ ਕੀ ਹੋਣਾ ਸੀ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਘਰ ਖਰੀਦਦੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਫਿਰ ਉਹ ਰੈਂਟ ਕਰਦੀਆਂ ਹੈਗੀਆਂ। ਇਹਦੇ ਕਰਕੇ ਜਿਹੜਾ ਆਮ ਬੰਦਾ ਆ ਫਿਰ ਉਹਦੇ ਲਈ ਘਰ ਖਰੀਦਣਾ ਮੁਸ਼ਕਿਲ ਆ। ਜ਼ੀਲੋ ਵਰਗੀਆਂ ਕੰਪਨੀਆਂ ਜਾਂ ਹੋਰ ਉਹ ਹਜ਼ਾਰਾਂ ਦੀ ਗਿਣਤੀ 'ਚ ਘਰ ਖਰੀਦ ਰਹੀਆਂ ਸੀ। ਉਹ ਲਿਮਟ ਲਾ ਰਹੇ ਸੀ ਤੇ ਜਿਹੜੀਆਂ ਕੰਪਨੀਆਂ ਆ ਉਹ 350 ਤੋਂ ਵੱਧ ਘਰ ਨਹੀਂ ਖਰੀਦ ਸਕਦੀਆਂ। ਸੋ ਇਸ ਤਰ੍ਹਾਂ ਹੋਰ ਵੀ ਕਾਫੀ ਉਹਦੇ ਵਿੱਚ ਜਿਹੜਾ ਫਾਇਦਾ ਹੋਣਾ ਸੀ। ਇਹ ਬਿੱਲ ਜਿਹੜਾ ਮੈਜੋਰਟੀ ਦੇ ਨਾਲ ਸੈਨੇਟ 'ਚੋਂ ਪਾਸ ਕੀਤਾ ਗਿਆ ਸੀ। ਸਿਰਫ 5 ਸੈਨੇਟਰਸ ਨੇ ਵੋਟ ਅਗੇਂਸਟ ਪਾਈ ਸੀ। ਬਾਕੀ 93 ਦੇ ਕਰੀਬ ਜਿਹੜੇ ਆ 85 ਹੱਕ ਦੇ 83 ਹੱਕ ਦੇ ਵਿੱਚ ਸੀ ਜੀ। ਅਗਲੀ ਖਬਰ ਵੱਲ ਚਲੀਏ। ਰਾਜਕਰਮਵੀਰ ਸਿੰਘ ਜੀ, ਜਿਹੜੀ ਸਟਾਕਿੰਗ ਆ, ਆਪਣੇ ਜਿਹੜੇ ਲੋਕ ਆ, ਆਪਣੇ ਲੋਕਾਂ ਨੂੰ ਇਹ ਪਤਾ ਨਹੀਂ ਵੀ ਸਟਾਕਿੰਗ ਹੁੰਦੀ ਕੀ ਆ। ਖਾਸ ਕਰਕੇ ਜਿਹੜੇ ਯੰਗ ਨੌਜਵਾਨ ਹੈਗੇ ਆ, ਜਦੋਂ ਤੁਸੀਂ ਕਿਸੇ ਦਾ ਪਿੱਛਾ ਕਰਦੇ ਹੋ, ਕਿਸੇ ਕੁੜੀ ਦਾ ਜਾਂ ਕੁੜੀ ਕੋਈ ਮੁੰਡੇ ਦਾ ਕਰਦੀ ਹੈਗੀ ਆ, ਉਹ ਸਟਾਕਿੰਗ 'ਚ ਗਿਣਿਆ ਜਾਂਦਾ ਤੇ ਉਹਦੇ ਚਾਰਜਸ ਬਹੁਤ ਜ਼ਿਆਦਾ ਹੁੰਦੇ ਹੈਗੇ ਆ। ਆਮ ਲੋਕ ਇੰਡੀਆ ਤੋਂ ਆਉਂਦੇ ਆ, ਕਈ ਇਦਾਂ ਦੀਆਂ ਪੁੱਠੀਆਂ ਆਦਤਾਂ ਲੈ ਕੇ ਉਹ ਸੋਚਦੇ ਵੀ ਸਾਨੂੰ ਕੀ ਫਰਕ ਪੈਣਾ ਆ, ਇੱਥੇ ਕਿਸੇ ਦੇ ਕਾਲਜ ਦੇ ਮਗਰ ਚਲ ਜਾਓ, ਸਕੂਲ ਮਗਰ ਚਲ ਜਾਓ ਜਾਂ ਕਿਸੇ ਸਟੋਰ ਦੇ ਵਿੱਚ ਪਿੱਛੇ ਘੁੰਮ ਲਓ। ਪਰ ਜੇ ਕਿਤੇ ਤੁਸੀਂ ਉਹਦੇ ਵਿੱਚ ਚਾਰਜ ਹੋ ਜਾਓ ਤੇ ਉਹਦੇ ਤੇ ਫੈਲਨੀਜ਼ ਲੱਗਦੀਆਂ ਤੇ ਉਹ ਫੈਲਨੀ ਲੱਗਣ ਦੇ ਨਾਲ, ਖਾਸ ਕਰਕੇ ਹੁਣ ਤਾਂ ਜੇ ਤੁਸੀਂ ਗ੍ਰੀਨ ਕਾਰਡ ਹੋਲਡਰ ਵੀ ਹੋਏ ਤਾਂ ਤੁਸੀਂ ਡਿਪੋਰਟ ਹੋਵੋਗੇ। ਇੰਡੀਆਨਾ ਤੋਂ, ਇੰਡੀਅਨਐਪੋਲਿਸ ਤੋਂ ਖਬਰ ਆ ਰਹੀ ਆ, ਇੱਕ ਉੱਥੇ ਆਪਣਾ ਜਿਹੜਾ ਪੰਜਾਬੀ ਆ ਕੈਬਨ ਸਿੰਘ ਨਾਮ ਦਾ 49 ਸਾਲਾਂ ਦਾ, ਉਹ ਉੱਥੇ ਦੀ ਇੱਕ ਬਹੁਤ ਮਸ਼ਹੂਰ ਜਿਹੜੀ ਪਲੇਅਰ ਆ ਉਸ ਨੂੰ ਸਟਾਕ ਕਰ ਰਿਹਾ ਸੀ। ਫੀਵਰ ਗਾਰਡ ਦੀ ਜਿਹੜੀ ਪਲੇਅਰ ਆ ਇੰਡੀਆਨਾ ਫੀਵਰ ਗਾਰਡ ਦੀ, ਸੋਫੀ ਕਨਿੰਗਹੈਮ। ਸੋ 49 ਸਾਲਾਂ ਦਾ ਜਿਹੜਾ ਕੈਬਨ ਸਿੰਘ ਆ ਉਸ ਨੂੰ ਮੇਰੀਅਨ ਕਾਉਂਟੀ ਦੇ ਵਿੱਚ ਚਾਰਜ ਕੀਤਾ ਗਿਆ ਹੈ। ਇੱਕ ਕਾਊਂਟ ਆਫ ਸਟਾਕਿੰਗ ਜਿਹਦੇ ਤੇ ਲੈਵਲ 6 ਫੈਲਨੀ ਲਾਈ ਗਈ ਆ। 1 ਕਾਊਂਟ ਆਫ ਇੰਟੀਮੀਡੇਸ਼ਨ, ਇਹ ਲੈਵਲ ਆਫ 6 ਫੈਲਨੀ। ਉਹ ਤੋਂ ਬਾਅਦ ਮਿਸਡਮੀਨਰ ਕਾਊਂਟ ਆਫ ਹਰਾਸਮੈਂਟ। ਸੋ ਇਹ ਸਾਰੇ ਜਿਹੜੇ ਚਾਰਜਸ ਆ ਉਹ ਮੈਰੀਅਨ ਕਾਉਂਟੀ ਦੇ ਪ੍ਰੋਸੀਕਿਊਟਰ ਆਫਿਸ ਵੱਲੋਂ ਲਾਏ ਗਏ ਆ। ਸੋ ਇਸ ਕੈਬਨ ਸਿੰਘ ਨਾਂ ਦੇ ਬੰਦੇ ਦੇ ਉੱਤੇ ਕਹਿੰਦੇ ਭਈ ਇਹ ਕਈ ਇਸਨੇ ਮਲਟੀਪਲ ਸੋਸ਼ਲ ਮੀਡੀਆ ਪੋਸਟ ਵੀ ਪਾਈਆਂ ਸੀਆਂ, ਪਿੱਛੇ ਫੋਲੋ ਵੀ ਕਰਦਾ ਸੀ ਉਸ ਜਿਹੜੀ ਪਲੇਅਰ ਹੈਗੀ ਆ ਸੋਫੀ ਨੂੰ, ਤੇ ਹੁਣ ਜਿਹੜਾ ਆ ਫਿਰ ਉਹਦੇ ਉੱਤੇ ਜਿਹੜੇ ਆ ਚਾਰਜਸ ਲਾਏ ਗਏ ਹੈਗੇ ਆ। ਸੋ ਇੱਥੋਂ ਅੰਦਾਜ਼ਾ ਲਾ ਲਓ ਵੀ ਇਹ ਕਿੰਨੀ ਖਤਰਨਾਕ ਚੀਜ਼ ਹੁੰਦੀ ਹੈਗੀ ਆ ਜੇ ਤੁਸੀਂ ਸਟਾਕਿੰਗ ਕਰਦੇ ਹੈਗੇ, ਕਿਸੇ ਨੂੰ ਫੋਲੋ ਕਰਦੇ ਆ ਜਦ ਕਿ ਅਗਲਾ ਚਾਹੁੰਦਾ ਨਹੀਂ ਵੀ ਮੈਨੂੰ ਜਿਹੜਾ ਆ ਫੋਲੋ ਕੀਤਾ ਜਾਵੇ। ਜੀ ਬਿਲਕੁਲ, ਧੱਕੇ ਦੇ ਨਾਲ ਨਹੀਂ ਇਦਾਂ ਜਿਹੜਾ ਉਹ ਕੰਮ ਚੱਲਦਾ ਹੁੰਦਾ। ਸੋ ਇਦਾਂ ਦੇ ਜਿਹੜੇ ਆਦਤਾਂ ਆ ਉਹ ਛੱਡਣੀਆਂ ਦੇ ਵਿੱਚ ਹੀ ਜਿਹੜੀ ਉਹ ਭਲਾਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਈਸ ਦੇ ਦੁਆਰਾ ਇੱਕ ਇਮੀਗ੍ਰੇਸ਼ਨ ਅਟਰਨੀ ਆ ਉਸ ਨੂੰ ਹੁਣ ਫਾਈਨ ਕੀਤਾ ਜਾ ਰਿਹਾ ਕਿਉਂਕਿ ਉਹਦੇ ਉੱਤੇ ਦੋਸ਼ ਆ ਵੀ ਉਹਨੇ ਕਥਿਤ ਤੌਰ ਦੇ ਉੱਤੇ ਨਕਲੀ ਅਸਾਈਲਮ ਦੇ ਕਲੇਮ ਜਿਹੜੇ ਉਹ ਲਾਏ ਹੈਗੇ ਆ। ਵਿਨੋਦ ਡੋਡਾਮਨੀ ਜਿਹੜਾ ਆ ਇਸ ਨੇ 32 ਇਮੀਗ੍ਰੇਸ਼ਨ ਕੇਸਾਂ 'ਚ 64 ਨਕਲੀ ਜਿਹੜੇ ਡਾਕੂਮੈਂਟ ਆ, ਫਰਾਡੂਲੈਂਟ ਡਾਕੂਮੈਂਟ ਆ, ਉਹ ਜਮ੍ਹਾਂ ਜਿਹੜੇ ਉਹ ਕਰਾਏ ਸੀ, ਜਿਸ ਕਰਕੇ ਇਹਨਾਂ ਦੀ ਇਹ ਆਈਸ ਦੀ ਜਿਹੜੀਆਂ ਨਜ਼ਰਾਂ ਦੇ ਵਿੱਚ ਜਿਹੜਾ ਉਹ ਆਇਆ।
ਉਸ ਤੋਂ ਬਾਅਦ 'ਚ ਹੁਣ ਆਈਸ ਵਾਲਿਆਂ ਨੇ ਇਸ ਨੂੰ ਜਿਹੜਾ ਫਾਈਨ ਆ ਉਹ ਲਾਇਆ ਆ, ਕਿਉਂਕਿ ਇਹਨੇ ਕਥਿਤ ਤੌਰ ਦੇ ਉੱਤੇ ਫਾਲਸ ਅਸਾਈਲਮ ਕਲੇਮ ਜਿਹੜੇ ਉਹ ਲਾਏ ਸੀ। ਏਜੰਸੀ ਕਹਿ ਰਹੀ ਆ ਵੀ ਇਹ ਕੋਈ ਇਹਨਾਂ ਦੇ ਮੂਹਰੇ ਪਹਿਲੀ ਵਾਰ ਨਹੀਂ ਇਦਾਂ ਦਾ ਹੋਇਆ, ਇਹ ਪਹਿਲਾਂ ਵੀ ਇਦਾਂ ਕਾਫੀ ਵਾਰ ਜਿਹੜਾ ਉਹ ਹੋ ਚੁੱਕਾ ਹੈਗਾ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ HSI ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਆ, ਉਹਨਾਂ ਦੀ ਜਾਂਚ ਕਰਨ ਵਾਲੀ ਜਿਹੜੀ ਇੱਕ ਸ਼ਾਖਾ ਆ, ਉਹਨਾਂ ਨੇ ਕਿਹਾ ਵੀ ਅਸੀਂ 5 ਨੋਟਿਸ ਆਫ ਇੰਟੈਂਟ ਟੂ ਫਾਈਨ ਅਟਰਨੀ ਵਿਨੋਦ ਅਡੋਡਾਮਨੀ ਜਿਹੜਾ ਆ ਉਸ ਨੂੰ ਲਾਏ ਆ, ਵੀ 64 ਡਾਕੂਮੈਂਟ ਉਸਨੇ ਨਕਲੀ 32 ਕੇਸਾਂ ਦੇ ਵਿੱਚ ਲਾਏ ਆ। $2.5 ਲੱਖ ਦਾ ਜਿਹੜਾ ਇਸ ਨੂੰ ਜੁਰਮਾਨਾ ਜਿਹੜਾ ਹਰਜੋਤ ਸਿੰਘ ਜੀ ਹੋ ਸਕਦਾ ਆ, ਤੇ DHS ਕਹਿੰਦੇ ਵੀ ਇਸ ਟਾਈਮ ਹੁਣ ਦੇਖੇਗੀ ਵੀ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣੂਗਾ। ਉਹਨਾਂ ਨੇ ਕਿਹਾ ਵੀ ਆਇਡੈਂਟੀਕਲ ਔਰ ਨੀਅਰਲੀ ਆਇਡੈਂਟੀਕਲ ਲੈਂਗੁਏਜ ਸਬਸਟੈਂਸ ਵੀ ਜੋ ਉਹਦੇ ਵਿੱਚ ਲਿਖਿਆ ਸਾਰਿਆਂ ਨੂੰ ਉਦਾਂ ਹੀ ਕੁੱਟ ਪਈ, ਉਦਾਂ ਹੀ ਉਹ ਜਿਹੜੀਆਂ ਚੀਜ਼ਾਂ ਅਕਸਰ ਆਪਾਂ ਸੁਣਦੇ ਹਾਂ, ਤੇ ਫੈਕਚੁਅਲ ਨੈਰੇਟਿਵ ਜਿਹੜੇ ਆ ਉਹ ਵੀ ਉਸੇ ਤਰੀਕੇ ਦੇ, ਸਪੋਰਟਿੰਗ ਡਿਟੇਲਸ ਜਿਹੜੀ ਪਰਸੀਕਿਊਸ਼ਨ ਦੀ ਉਹ ਵੀ ਉਸੇ ਤਰੀਕੇ ਦੀ ਜਿਹੜੀ ਆ ਉਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਇਹ ਸਾਰੇ ਕੇਸਾਂ ਦੇ ਵਿੱਚ ਸਿਮਿਲਰ ਜਾਂ ਸੇਮ ਹੀ ਜਿਹੜੀ ਉਹ ਨਜ਼ਰ ਜਿਹੜੀ ਉਹ ਆ ਰਹੀ ਸੀ, ਜਿੱਥੇ ਉਹਨਾਂ ਨੂੰ ਫਿਰ ਇਹ ਸ਼ੱਕ ਹੋਇਆ ਵੀ ਭਾਈ ਇਹ ਤਾਂ ਇਸ ਦੇ ਵਿੱਚ ਨਕਲੀ ਜਿਹੜਾ ਉਹ ਕੰਮ ਹੈਗਾ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜ਼ਿਆਦਾਤਰ ਵਕੀਲਾਂ ਦੇ ਪਿੱਛੇ ਜਿਹੜਾ ਉਹ ਨਹੀਂ ਜਾਂਦੀ, ਕਹਿੰਦੇ ਵੀ ਹੈਜ਼ ਨੈਵਰ ਸੌਟ ਟੂ ਪਨਿਸ਼ ਲਾਇਰਸ ਜਿਨ੍ਹਾਂ ਨੇ ਫਾਈਲ ਕੀਤੇ ਆ ਫਰਾਡੂਲੈਂਟ ਕਲੇਮਸ ਬਿਫੋਰ, ਪਰ ਹੁਣ ਕਹਿੰਦੇ ਵੀ ਫਾਲਸ ਇਮੀਗ੍ਰੇਸ਼ਨ ਕਲੇਮ ਵਾਇਲੇਟ ਕਰਦਾ ਆ ਐਂਟੀ ਫਰਾਡ ਸਟੈਚੂਜ਼ ਨੂੰ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਨਰਲ ਕਾਉਂਸਲ ਜੇਮਸ ਪਰਸੀਵਲ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਵਿਨੋਦ ਦੇ ਦੁਆਲੇ ਜਿਹੜਾ ਉਹ ਹੋ ਕੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਬਾਕੀ ਵੀ ਇਮੀਗ੍ਰੇਸ਼ਨ ਵਕੀਲਾਂ ਨੂੰ ਇੱਕ ਹਿਸਾਬ ਦੇ ਨਾਲ ਅਗਾਹ ਕਰ ਰਹੀ ਆ ਵੀ ਭਾਈ ਜੇ ਤੁਸੀਂ ਕਿਸੇ ਦੇ ਨਕਲੀ ਇਮੀਗ੍ਰੇਸ਼ਨ ਕਲੇਮ ਦੇ ਵਿੱਚ ਉਹਦੇ ਸਪੋਰਟਿੰਗ ਡਾਕੂਮੈਂਟ ਇਸ ਤਰੀਕੇ ਦੇ ਜਿਹੜੇ ਤੁਸੀਂ ਲਾਉਂਦੇ ਆ, ਤੇ ਉਸ ਆਧਾਰ ਦੇ ਉੱਤੇ ਤੁਹਾਡੇ ਮਗਰ ਵੀ ਆਇਆ ਜਿਹੜਾ ਉਹ ਜਾ ਸਕਦਾ ਹੈਗਾ ਆ, ਤੇ ਤੁਹਾਨੂੰ ਜਿਹੜੇ ਉਹ ਜੁਰਮਾਨਾ ਕੀਤਾ ਜਾ ਸਕਦਾ ਹੈ। ਹੁਣ ਇਹ ਨਹੀਂ ਪਤਾ ਵੀ ਇਹ ਬਾਰ ਕੰਪਲੇਂਟ ਕਰਕੇ ਉਹਦਾ ਅਟਰਨੀ ਵਾਲਾ ਲਾਇਸੈਂਸ ਵਾਪਸ ਲੈਣ ਦੇ ਵੱਲ ਨੂੰ ਤਾਂ ਨਹੀਂ ਵੱਧ ਸਕਦੇ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਕਾਫੀ ਜਿਹੜੀ ਇਸ ਟਾਈਮ ਚਰਚਾ ਇਸ ਕੇਸ ਦੀ ਹੋ ਰਹੀ ਆ ਵੀ ਭਾਰਤੀ ਮੂਲ ਦੇ ਵਿਨੋਦ ਨਾਮੀ ਵਕੀਲ ਨੇ 32 ਕੇਸਾਂ 'ਚ 64 ਨਕਲੀ ਡਾਕੂਮੈਂਟ ਕਹਿੰਦੇ ਆ ਵੀ ਫਾਲਸ ਅਸਾਈਲਮ ਕਲੇਮ ਵਾਲੇ ਜਿਹੜੇ ਉਹ ਲਾਏ ਆ, ਤੇ $2.5 ਲੱਖ ਦਾ ਜੁਰਮਾਨਾ ਪਾਉਣ ਦੀ ਜਿਹੜੀ ਆ ਉਸ ਦੇ ਉਲਟ ਜਿਹੜੀ ਹੁਣ ਸਿਫਾਰਿਸ਼ ਕੀਤੀ ਜਾ ਰਹੀ ਆ। ਇੱਦਾਂ ਇੱਕ ਹੋਰ ਅਟਾਰਨੀ ਦੀ ਖਬਰ ਆ ਰਹੀ ਹੈ ਸੈਨ ਫਰਾਂਸਿਸਕੋ ਚੋਂ। ਕਹਿੰਦੇ ਜਿਹੜੇ ਸੈਨ ਫਰਾਂਸਿਸਕੋ 에ਅਰਪੋਰਟ ਦੇ ਉੱਤੇ ਜਦੋਂ ਇਹ ਅਟਾਰਨੀ ਉਤਰਿਆ ਨਿਕੋਲਸ ਦੀ ਬਰੀਮੇਕਰ, ਤੇ ਕਹਿੰਦਾ ਵੀ ਮੈਨੂੰ ਸ਼ੱਕ ਜਿਹੀ ਹੋਈ ਵੀ ਕੁਛ ਨਾ ਕੁਛ ਰੋਂਗ ਹੋ ਰਿਹਾ ਹੈਗਾ। ਤੇ ਜਦੋਂ ਉਹ ਕਾਊਂਟਰ ਤੇ ਗਿਆ ਤੇ ਉਸ ਨੂੰ ਜਿਹੜੇ ਆ ਇਮੀਗ੍ਰੇਸ਼ਨ ਵਾਲੇ ਕਹਿੰਦੇ ਵੀ ਜੋ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦਾ ਸੁਪਰਵਾਈਜ਼ਰ ਸੀ ਵੀ ਸਾਈਡ ਤੇ ਆ ਜਾ, ਤੈਨੂੰ ਅਸੀਂ ਸਾਰਾ ਚੈੱਕ ਕਰਨਾ। ਤੇ 38 ਸਾਲਾਂ ਦਾ ਇਹ ਅਟਾਰਨੀ ਕਹਿੰਦਾ ਵੀ ਮੈਨੂੰ ਉੱਪਰੋਂ ਥੱਲਿਓਂ ਸਾਰਾ ਕੁਛ ਚੈੱਕ ਕੀਤਾ ਗਿਆ, ਮੈਂ ਰਾਈਟ ਵੇ ਆਪਣੇ ਜਿਹੜੇ ਫੋਨ ਸੀ ਉਸ ਨੂੰ ਆਫ ਕਰ ਦਿੱਤਾ ਤਾਂ ਕਿ ਮੇਰੇ ਜਿਹੜੇ ਕਲਾਇੰਟਸ ਦਾ ਡਾਟਾ ਵਗੈਰਾ ਆ ਉਹ ਨਾ ਚੈੱਕ ਕਰ ਸਕਣ। 45 ਮਿੰਟ ਦੇ ਕਰੀਬ ਕਹਿੰਦਾ ਵੀ ਮੈਨੂੰ 5 TSA ਦੇ ਜਿਹੜੇ ਏਜੰਟਸ ਆ ਉਹ ਕੁਐਸਚਨ ਪੁੱਛਦੇ ਰਹੇ ਤੇ ਵੱਖ-ਵੱਖ ਜੋ ਆ ਇਨਵੈਸਟੀਗੇਟ ਵੀ ਕਰਦੇ ਰਹੇ। ਤੇ ਜਦੋਂ ਕਹਿੰਦਾ ਮੈਂ ਪੁੱਛਿਆ ਵੀ ਇਹ ਕੀ ਚੱਕਰ ਆ ਵੀ ਤੁਸੀਂ ਮੈਨੂੰ ਕਾਹਤੇ ਪੁੱਛ ਰਹੇ ਆ, ਕਹਿੰਦੇ ਜੀ ਇਹ ਰੈਂਡਮ ਹੈਗਾ ਆ ਤੇ ਉਹ ਵਾਚ ਲਿਸਟ ਦੇ ਉੱਤੇ ਹੈਗਾ ਆ। ਸੋ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਜਿਸੇ ਡਡਲਾਨੀ ਜਿਹੜਾ ਤੁਸੀਂ ਦੱਸਿਆ ਪਹਿਲਾਂ ਭਾਰਤ ਜੀ ਹਾਂ, ਇਹ ਐਕਚੁਅਲੀ ਜਰਮਨ ਦਾ ਸਿਟੀਜ਼ਨ ਆ, ਹੈ ਭਾਰਤ ਮੂਲ ਦਾ ਤੇ ਅਮਰੀਕਾ 'ਚ ਸ਼ਾਇਦ ਇਹ ਗ੍ਰੀਨ ਕਾਰਡ ਹੋਲਡਰ ਆ। ਤੇ ਇਸੇ ਤਰ੍ਹਾਂ ਹੁਣ ਜਿਹੜੇ ਅਟਾਰਨੀ ਦਾ ਮੈਂ ਨਾਂ ਦੱਸਿਆ ਨਿਕੋਲਸ ਡੀ ਬ੍ਰੈਮਨ, ਸੋ ਇਹ ਵੀ ਵਾਚ ਲਿਸਟ ਦੇ ਉੱਤੇ ਆ। ਸੋ ਹੁਣ ਇਹ ਤੋਂ ਇਹ ਲੱਗਦਾ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਟਾਰਨੀਜ਼ ਦੇ ਪਿੱਛੇ ਵੀ ਜਾ ਰਹੀ ਹੈਗੀ ਆ, ਖਾਸ ਕਰਕੇ ਜਿਹੜੇ ਪੋਲੀਟੀਕਲ ਅਸਾਈਲਮ ਦੇ ਕੇਸਿਸ ਨੂੰ ਲੈ ਕੇ ਜਿਹੜੇ ਗਲਤ ਪੇਪਰਸ ਜਿਹੜੇ ਫਾਈਲ ਕਰਦੇ ਹੈਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਨਿਊਜ਼ੀਲੈਂਡ ਤੋਂ ਆ ਰਹੀ ਹੈ ਖਬਰ, ਇੱਕ ਉੱਥੇ ਭਾਰਤੀ ਰੈਸਟੋਰੈਂਟ ਨੂੰ ਦੇ ਮਾਲਕ ਨੂੰ ਉਸ ਰੈਸਟੋਰੈਂਟ ਨੂੰ $4 ਲੱਖ ਦਾ ਜਿਹੜਾ ਹੁਣ ਜੁਰਮਾਨਾ ਆ, ਹਰਜਾਨਾ ਇਨਫੈਕਟ ਭਰਨ ਦੇ ਜਿਹੜੇ ਆ ਉਹ ਆਦੇਸ਼ ਦਿੱਤੇ ਗਏ ਆ। ਇਹਦੇ ਵਿੱਚ ਦੋਸ਼ ਸੀਗਾ ਵੀ ਇੰਡੀਅਨ ਟੇਸਟ ਕਰਕੇ ਇੱਕ ਉੱਥੇ ਰੈਸਟੋਰੈਂਟ ਆ, ਉਹਦਾ ਜਿਹੜਾ ਸਾਬਕਾ ਮਾਲਕ ਕ੍ਰਿਸ਼ਨਾ ਖੰਡੇਲਵਾਲ, ਉਹਨੇ ਕਹਿੰਦੇ ਵੀ ਜਿਹੜੇ ਪ੍ਰਵਾਸੀ ਜਿਹੜੇ ਕੰਮ ਕਰਨ ਆਉਂਦੇ ਆ ਉਹਨਾਂ ਤੋਂ 90 ਘੰਟੇ ਜਿਹੜਾ ਉਹ ਕੰਮ ਕਰਵਾਇਆ ਤੇ ਤਨਖਾਹਾਂ ਨਹੀਂ ਜਿਹੜੀਆਂ ਉਹ ਦਿੱਤੀਆਂ। ਉੱਥੇ ਦੀ ਅਥਾਰਟੀ ਹੈਗੀ ਆ ਇੰਪਲੋਇਮੈਂਟ ਰੈਗੂਲੇਟਰੀ ਅਥਾਰਟੀ ERA ਕਰਕੇ,
ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਪ੍ਰਵਾਸੀ ਕਰਮਚਾਰੀਆਂ ਨੂੰ ਤਨਖਾਹ ਜਿਹੜੀ ਉਹ ਘੱਟ ਦਿੱਤੀ ਤੇ ਬੇਹੱਦ ਲੰਮੇ ਘੰਟੇ ਜਿਹੜਾ ਉਹ ਕੰਮ ਜਿਹੜਾ ਉਹ ਕਰਵਾਇਆ ਤੇ ਰੁਜ਼ਗਾਰ ਦੇ ਕਾਨੂੰਨਾਂ ਦੀਆਂ ਇੰਪਲੋਇਮੈਂਟ ਲਾਜ਼ ਦੀ ਕਹਿੰਦੇ ਵੀ ਇਸ ਨੇ ਖੰਡੇਲਵਾਲ ਨੇ ਕਾਫੀ ਧੱਜੀਆਂ ਜਿਹੜੀਆਂ ਉਡਾਈਆਂ ਤੇ ਉਲੰਘਣਾ ਜਿਹੜੀ ਉਸ ਦੇ ਵਿੱਚ ਕੀਤੀ ਆ। ਸੋ ਉੱਥੇ ਜਿਹੜੇ ਇੰਸਪੈਕਟਰ ਆ ਉਹਨਾਂ ਦੇ ਦੁਆਰਾ 9 ਮਹੀਨੇ ਜਿਹੜੀ ਇਸ ਦੀ ਜਾਂਚ ਹਰਜੋਤ ਸਿੰਘ ਜੀ ਕੀਤੀ ਗਈ ਆ। ਮਾਰਚ 2024 ਤੋਂ ਦਸੰਬਰ 2024 ਦੇ ਵਿੱਚ ਕਹਿੰਦੇ ਵੀ ਇੱਕ ਹਫ਼ਤੇ ਦੇ ਵਿੱਚ 90 ਘੰਟੇ ਤੱਕ ਲੋਕਾਂ ਤੋਂ ਕੰਮ ਕਰਵਾਇਆ ਤੇ ਪੈਸੇ ਜਿਹੜੇ ਆ ਉਹ ਨਿਊਜ਼ੀਲੈਂਡ ਦੇ ਜਿਹੜੇ ਡਾਲਰ ਆ 30 ਘੰਟਿਆਂ ਦੇ ਜਿਹੜੇ ਉਹ ਦਿੱਤੇ ਆ ਤੇ ਕਈਆਂ ਨੂੰ ਤਾਂ 2 ਹਫ਼ਤੇ ਬਿਨਾਂ ਕਿਸੇ ਤਨਖਾਹ ਤੋਂ ਜਿਹੜਾ ਉਹਨਾਂ ਨੇ ਕੰਮ ਵੀ ਜਿਹੜਾ ਉਹ ਕਰਵਾਇਆ ਜਿਹੜਾ ਉਹ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਜਿਹੜਾ ਉਹ ਦੱਸਿਆ ਜਾ ਰਿਹਾ। ਅਥਾਰਟੀ ਨੇ ਜਿਹੜਾ ਉਹ ਦੱਸਿਆ ਵੀ ਜਿਹੜੇ 7 ਕਰਮਚਾਰੀ ਉੱਥੇ ਕੰਮ ਕਰਦੇ ਸੀਗੇ $2 ਲੱਖ ਉਹਨਾਂ ਦਾ ਬਕਾਇਆ ਤਨਖਾਹ ਆ ਉਹ ਜਿਹੜੀ ਹੁਣ ਅਦਾ ਕਰੇ ਤੇ ਇਸ ਤੋਂ ਇਲਾਵਾ ਨਿੱਜੀ ਤੌਰ ਦੇ ਉੱਤੇ ਪਰਸਨਲ ਤੌਰ ਦੇ ਉੱਤੇ 1,77,300 ਨਿਊਜ਼ੀਲੈਂਡ ਡਾਲਰ ਦਾ ਜਿਹੜਾ ਉਸ ਨੂੰ ਜੁਰਮਾਨਾ ਵੀ ਕੀਤਾ ਗਿਆ ਹੈਗਾ। ਅਗਲੀ ਖਬਰ ਜੋ ਆ ਯੂਰਪ ਤੋਂ ਆ ਰਹੀ ਹੈ। ਯੂਰਪ ਦੇ ਵਿੱਚ ਸੈਕਿੰਡ ਜਿਹੜੀ ਹੀਟ ਵੇਵ ਆ ਉਹ ਸ਼ੁਰੂ ਹੋ ਗਈ ਆ। ਪਹਿਲਾਂ 50 ਲੋਕਾਂ ਦੀ ਮੌਤ ਹੋ ਚੁੱਕੀ ਹੈ ਯੂਰਪ 'ਚ ਹੀਟ ਵੇਵ ਨਾਲ। 105 ਡਿਗਰੀ ਤੱਕ ਜਿਹੜਾ ਫਾਰਨਹਾਈਟ ਟੈਂਪਰੇਚਰ ਉੱਥੇ ਪਹੁੰਚਣ ਜਾ ਰਿਹਾ ਆ। ਸੋ ਬਹੁਤ ਸਾਰੇ ਲੋਕ ਹੈਰਾਨ ਹੋ ਗਏ। 105 ਡਿਗਰੀ ਤਾਂ ਇੱਧਰ ਸੈਂਟਰ ਵੈਲੀ 'ਚ ਆਮ ਹੋ ਜਾਂਦਾ, ਪਰ ਯੂਰਪ ਦੇ ਬਹੁਤ ਸਾਰੇ ਮੁਲਕਾਂ 'ਚ ਕਈ ਘਰਾਂ 'ਚ ਏਅਰ ਕੰਡੀਸ਼ਨ ਨਹੀਂ ਹੈਗੇ ਕਿਉਂਕਿ ਉੱਥੇ ਇੰਨੀ ਗਰਮੀ ਅੱਗੇ ਕਦੇ ਹੋਈ ਨਹੀਂ ਹੈਗੀ। ਸੋ ਬਹੁਤੇ ਜਿਹੜੇ ਘਰ ਹੈਗੇ ਆ ਖਾਸ ਕਰਕੇ ਯੂਕੇ ਵਗੈਰਾ 'ਚ ਤਾਂ ਉਹ ਇੱਟਾਂ ਦੇ ਬਣੇ ਹੁੰਦੇ ਹੈਗੇ ਆ। ਸੋ ਕਹਿੰਦੇ ਪਈ 80 ਸਾਲ ਪਹਿਲਾਂ ਇੰਨੀ ਹੀਟ ਹੋਈ ਸੀ ਫਰਾਂਸ ਦੇ ਵਿੱਚ। ਸੋ ਇਹ ਟੋਟਲ ਜਿਹੜਾ ਰੈਕਡ ਆ 44.3 ਡਿਗਰੀ ਸੈਂਟੀਗ੍ਰੇਡ ਜਿਹੜਾ ਉਹ ਹੋਣ ਜਾ ਰਿਹਾ ਆ। ਇਟਲੀ ਦੀ ਹੈਲਥ ਮਿਨਿਸਟਰ ਨੇ ਵੀ ਹੀਟ ਅਲਰਟ ਜਾਰੀ ਕੀਤਾ ਹੋਇਆ ਆ 16 ਸ਼ਹਿਰਾਂ ਦੇ ਵਿੱਚ, ਫਲੋਰੈਂਸ ਤੋਂ ਲੈ ਕੇ ਮਿਲਾਨ ਤੱਕ ਤੋਂ ਲੈ ਕੇ ਰੋਮ ਤੱਕ, ਟੂਰਿਨ, ਬੇਰੋਨਾ ਜੋ ਉਹਨਾਂ ਦੇ ਟਾਊਨ ਹੈਗੇ ਆ। ਬ੍ਰਿਟੇਨ ਦੇ ਵਿੱਚ ਵੀ ਜਿਹੜਾ ਹੀਟ ਅਲਰਟ ਜਾਰੀ ਕੀਤਾ ਗਿਆ ਹੈਗਾ। ਫਰਾਂਸ ਇਕੱਲੇ ਦੇ ਵਿੱਚ 48 ਲੋਕਾਂ ਦੀ ਮੌਤ ਹੋਈ ਹੈਗੀ ਆ ਤੇ ਸਪੇਨ ਦੇ ਵਿੱਚ ਵੀ 2 ਲੋਕਾਂ ਦੀ ਮੌਤ ਹੋ ਗਈ ਆ ਹੀਟ ਸਟ੍ਰੋਕ ਕਰਕੇ। ਸੋ ਟੈਂਪਰੇਚਰ ਬਹੁਤ ਤੇਜ਼ੀ ਦੇ ਨਾਲ ਜਿਹੜਾ ਆ ਵੱਧਦਾ ਜਾ ਰਿਹਾ ਹੈਗਾ। ਇਹ ਸੈਕਿੰਡ ਹੀਟ ਵੇਵ ਆ ਯੂਰਪ ਦੇ ਵਿੱਚ ਆਈ ਆ। ਕੁਝ ਦਿਨ ਪਹਿਲਾਂ ਜਿਹੜੀ ਪਹਿਲੀ ਹੀਟ ਵੇਵ ਆਈ ਸੀ। ਜੀ ਬਿਲਕੁਲ। ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਜਿਹੜਾ ਉਹ ਹੈਗਾ ਆ। ਸੋ ਪ੍ਰੋਗਰਾਮ ਨੂੰ ਆਪਾਂ ਜਿਹੜਾ ਉਹ ਸਮਾਪਤ ਜਿਹੜਾ ਉਹ ਕਰਦੇ ਹਾਂ। ਇੱਕ ਜਿਹੜੀ ਖਬਰ ਦੱਸਦੇ ਜਾਈਏ 450 ਸਾਲ ਦੀ ਸਜ਼ਾ ਸੁਣਾਈ ਗਈ ਆ ਐਂਟੀਫਾ ਵਾਲਿਆਂ ਨੂੰ। ਵਾਈਟ ਹਾਊਸ ਨੇ ਤਾਂ ਪੋਸਟਰ ਦੇ ਵਿੱਚ ਪਾਇਆ ਸੀਗਾ ਵੀ ਐਂਟੀਫਾ ਦੇ ਜਿਹੜੇ ਟੈਰਰਿਸਟ ਆ ਜਿਨ੍ਹਾਂ ਨੇ ਲਾ ਐਨਫੋਰਸਮੈਂਟ ਤੇ ਫੈਡਰਲ ਫੈਸਿਲਿਟੀ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਨੂੰ ਜਿਹੜੇ ਆ ਉਹ 450 ਸਾਲ ਦੀ ਜਿਹੜੀ ਸਜ਼ਾ ਆ ਉਹ ਹੁਣ ਸੁਣਾਈ ਗਈ ਹੈਗੀ ਆ। ਸੋ ਇਹ ਜਿਹੜਾ ਲੀਡਰ ਹੈਗਾ ਆ ਐਂਟੀਫਾ ਦੇ ਸੈੱਲ ਦਾ ਇਹ ਨਾਰਥ ਟੈਕਸਸ ਦੇ ਵਿੱਚ ਇਸ ਨੂੰ ਟੈਰਰਿਸਟ ਅਟੈਕ ਦੇ ਤੌਰ ਦੇ ਉੱਤੇ ਪ੍ਰੋਸੀਕਿਊਟ ਜਿਹੜਾ ਉਹ ਕੀਤਾ ਗਿਆ ਸੀਗਾ। ਇਹਦੇ ਲੀਡਰ ਨੂੰ ਇਕੱਲੇ ਨੂੰ 100 ਸਾਲ ਦੀ ਸਜ਼ਾ ਤੇ ਬਾਕੀ ਜਿਹੜੇ ਨਾਲ ਹੋਰ ਸਾਥੀਆਂ ਨੂੰ ਸਜ਼ਾ ਜੋ ਕੰਬਾਈਨ ਕੀਤੀ ਜਿਹੜੀ ਹੋ ਜਾਵੇ ਤਾਂ 450 ਸਾਲ ਦੀ ਸਜ਼ਾ ਜਿਹੜੀ ਉਹ ਬਣ ਜਾਂਦੀ ਆ। 8 ਜਾਣੇ ਸੀਗੇ ਇਹ ਨਾਰਥ ਟੈਕਸਸ ਐਂਟੀਫਾ ਸੈੱਲ ਦੇ ਆਪਰੇਟਿਵ। ਇਹਨਾਂ ਨੂੰ ਜਿਹੜੀ ਹਰਜੋਤ ਸਿੰਘ ਜੀ ਇਸ ਤਰੀਕੇ ਦੇ ਨਾਲ ਸਜ਼ਾ ਸੁਣਾਈ ਗਈ। ਇਹਨਾਂ ਦਾ ਜਿਹੜਾ ਲੀਡਰ ਬੈਂਜਾਮਿਨ ਹਨੀਲ ਸੌਂਗ ਕਹਿੰਦੇ ਵੀ ਇਸ ਨੂੰ ਕਨਵਿਕਟ ਕੀਤਾ ਗਿਆ ਅਟੈਂਪਟਡ ਮਰਡਰ ਆਫ ਲਾ ਐਨਫੋਰਸਮੈਂਟ ਆਫਿਸਰ, ਜਿਸ ਦੇ ਲਈ ਇਹਨੂੰ 100 ਸਾਲ ਦੀ ਜਿਹੜੀ ਉਹ ਸਜ਼ਾ ਜਿਹੜੀ ਹੋਈ ਆ। ਨਾਲ ਹੀ ਇਸ ਤੇ ਜਿਹੜੇ ਸਾਥੀ ਹੋਰ ਸੀਗੇ 7 ਜਣੇ ਉਹਨਾਂ ਨੂੰ 30 ਤੋਂ ਲੈ ਕੇ 70 ਸਾਲ ਤੱਕ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। 12 ਦਿਨ ਜਿਹੜਾ ਹਰਜੋਤ ਸਿੰਘ ਜੀ ਟਰਾਇਲ ਚੱਲਿਆ ਸੀ ਜਿਹੜਾ 23 ਫਰਵਰੀ ਨੂੰ ਸ਼ੁਰੂ ਹੋਇਆ ਸੀਗਾ ਤੇ ਜਿਹੜੇ ਜੂਰਰਸ ਆ ਉਹਨਾਂ ਨੇ 46 ਵਿਟਨੈਸਿਸ ਦੀ ਜਿਹੜੀ ਉਹ ਗੱਲਬਾਤ ਸੁਣੀ ਆ, ਉਹਨਾਂ ਦੀਆਂ ਬਿਆਨ ਜਿਹੜੇ ਉਹ ਸੁਣੇ ਆ। 210 ਜਿਹੜੇ ਐਗਜ਼ੀਬਿਟਸ ਜਿਹੜੀ ਉਹ ਨਾਲ ਸੀਗੇ ਤੇ ਇਵੈਂਚੁਅਲੀ ਜੂਰੀ ਨੇ ਉਹਨਾਂ ਨੂੰ ਕਨਵਿਕਟਡ ਕਰਾਰ ਦੇ ਦਿੱਤਾ ਸੀਗਾ, ਦੋਸ਼ੀ ਕਰਾਰ ਦੇ ਦਿੱਤਾ ਸੀ ਤੇ ਹੁਣ ਅਦਾਲਤ ਦੇ ਦੁਆਰਾ ਇਹਨਾਂ ਨੂੰ ਜਿਹੜੀ ਉਹ ਸਜ਼ਾ ਸੁਣਾਈ ਗਈ ਆ। ਫਾਇਰ ਵਰਕਸ ਦੇ ਨਾਲ ਇਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਹਮਲਾ ਜਿਹੜਾ ਇਸ ਦੇ ਉੱਤੇ ਕੀਤਾ ਸੀਗਾ। ਹੁਣ ਫਾਇਰ ਵਰਕਸ ਦੇ ਨਾਲ ਅਸਲ 'ਚ ਹੁਣ ਇਹ ਐਕਸਪਲੋਸਿਵ ਚਲੋ ਇਹ ਹੁੰਦੇ ਆ, ਉਹਨੂੰ ਐਕਸਪਲੋਸਿਵ ਦੇ ਤੌਰ ਦੇ ਉੱਤੇ ਮੰਨਿਆ। ਫਾਇਰ ਵਰਕਸ ਹੀ ਜਿਹੜੇ ਉਹਨਾਂ ਨੇ ਵਰਤੇ ਤੇ ਗੱਡੀਆਂ ਦੀ ਭੰਨ ਤੋੜ ਜਿਹੜੀ ਉਹ ਕੀਤੀ ਤੇ ਇਹ ਸਾਰੇ ਮਾਮਲੇ ਨੂੰ ਇਹਨਾਂ ਨੇ
ਟੈਰਰਿਸਟ ਅਟੈਕ ਦੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਉਹ ਦੇਖਿਆ ਤੇ ਇੰਨੀਆਂ ਲੰਬੀਆਂ ਜਿਹੜੀਆਂ ਸਜ਼ਾਵਾਂ ਆ ਉਹ ਉਹਨਾਂ ਨੂੰ ਸੁਣਾਈਆਂ ਗਈਆਂ ਹੈਗੀਆਂ। ਤੇ ਜਾਂਦੇ ਜਾਂਦੇ ਦੱਸਦੇ ਇਹ ਸੈਕਰਾਮੈਂਟੋ ਤੋਂ 109 ਮੀਲ ਦੂਰ 5.9 ਮੈਗਨੀਟਿਊਡ ਦਾ ਜਿਹੜਾ ਅਰਥਕੁਏਕ ਆ ਉਹ ਆਇਆ ਹੈਗਾ 5.9 ਮੈਗਨੀਟਿਊਡ ਦਾ 110 ਮੀਲ ਦੂਰ ਸੀ ਸੈਕਰਾਮੈਂਟੋ ਤੋਂ, ਪਰ ਉਹਦੇ ਝਟਕੇ ਜਿਹੜੇ ਆ ਉਹ ਸੈਕਰਾਮੈਂਟੋ ਦੇ ਵਿੱਚ ਵੀ ਜਿਹੜੇ ਥੋੜੇ ਫੀਲ ਕੀਤੇ ਗਏ ਹੈਗੇ ਜੀ। ਇੱਥੇ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।